Hello students, I am Manisha, your agriculture faculty. Welcome you all on our CBC online platform. Last time guys, ਪਟਵਾਰੀ ਐਗਜ਼ਾਮ ਵਿੱਚ 89 ਸਟੂਡੈਂਟਸ ਚੋਂ 72 ਸਟੂਡੈਂਟਸ ਦੀ ਸਿਲੈਕਸ਼ਨ ਹੋਈ ਹੈ ਜੋ ਇਸ ਟਾਈਮ ਐਜ਼ ਅ ਪਟਵਾਰੀ ਜੌਬ ਵੀ ਕਰ ਰਹੇ ਹਨ। ਸੋ ਅੱਜ ਆਪਾਂ ਐਗਰੀਕਲਚਰ ਦੇ ਕੁਝ ਵਨ ਲਾਈਨਰ ਟਾਈਪ ਕੁਐਸਚਨਸ ਡਿਸਕਸ ਕਰਾਂਗੇ ਜੋ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਰਹਿਣੇ ਆ। ਸੋ ਬਿਫੋਰ ਵੀ ਸਟਾਰਟ ਦਾ ਸੈਸ਼ਨ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਅਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਅੱਜ ਦਾ ਸੈਸ਼ਨ ਕਿੱਦਾਂ ਲੱਗਿਆ। ਅਗਰ ਤੁਸੀਂ ਔਨਲਾਈਨ ਸਟੱਡੀ ਮਟੀਰੀਅਲ ਜਾਂ ਮੌਕ ਟੈਸਟ ਸੀਰੀਜ਼ ਚਾਹੁੰਦੇ ਹੋ ਤਾਂ ਸਾਡੀ ਔਫੀਸ਼ੀਅਲ ਵੈਬਸਾਈਟ ਦੈਟ ਇਜ਼ www.cbcexamguru.in 'ਤੇ ਵਿਜ਼ਿਟ ਕਰੋ ਅਤੇ ਮੈਕਸਿਮਮ ਇਨਫੋਰਮੇਸ਼ਨ ਅਵੇਲ ਕਰੋ। ਐਜ਼ ਯੂ ਸੀ ਗਾਈਸ, our Android app that is CBC Exam Guru and contact number also mentioned है 7814109600। ਤੁਸੀਂ ਕੰਟੈਕਟ ਕਰ ਸਕਦੇ ਹੋ, ਪ੍ਰੋਪਰ ਕ੍ਰੈਸ਼ ਕੋਰਸਿਸ ਐਂਡ ਟੈਸਟ ਸੀਰੀਜ਼ ਦੀ ਇਨਫੋਰਮੇਸ਼ਨ ਲੈ ਸਕਦੇ ਹੋ। Okay, now move to our session and come to the point. Our first question that is Pusa dwarf variety of papaya is। ਪੁਸਾ ਡਵਾਰਫ ਵਰਾਇਟੀ ਹੈ, ਠੀਕ ਹੈ। ਇਹ ਡਵਾਰਫ ਵਰਾਇਟੀ ਹੈ ਕਿ ਥੋੜ੍ਹਾ ਇੱਦਾਂ ਡਵਾਰਫ ਹੈ, ਥੋੜ੍ਹੀ ਛੋਟੀ ਹੈ, ਠੀਕ ਹੈ। ਇਹਦਾ ਸਮਾਲ ਸਾਈਜ਼ ਹੁੰਦਾ, ਬਹੁਤੀ ਜਿੰਨੀ ਬਾਕੀ ਦੂਜੀਆਂ ਵਰਾਇਟੀਜ਼ ਹੁੰਦੀਆਂ ਪਪੀਤੇ ਦੀਆਂ ਉਨੀ ਲੰਬੀ ਨਹੀਂ ਹੁੰਦੀ, ਥੋੜ੍ਹਾ ਸਾਈਜ਼ ਇੱਦਾਂ ਛੋਟਾ ਹੁੰਦਾ। ਓਕੇ, ਔਰ ਇਹ ਜਿਹੜੀ ਵਰਾਇਟੀ ਹੈ ਕੀ ਹੈ, ਇਹ ਡਾਇਓਸ਼ੀਅਸ ਵਰਾਇਟੀ ਹੈ। ਡਾਇਓਸ਼ੀਅਸ ਮੀਨ ਟੂ ਸੇ ਕਿ ਉਹ ਪਲਾਂਟਸ ਜਿਹਦੇ ਮੇਲ ਅਤੇ ਫੀਮੇਲ ਪਲਾਂਟਸ ਅਲੱਗ ਅਲੱਗ ਹੁੰਦੇ ਆ, ਠੀਕ ਹੈ। ਤੁਸੀਂ ਮੇਨਲੀ ਦੇਖਿਆ ਹੋਊਗਾ ਪਪੀਤੇ ਦਾ ਕਦੇ ਇੱਕ ਪੇੜ ਨਹੀਂ ਹੁੰਦਾ, ਪਪੀਤੇ ਦੇ 2 ਪੇੜ ਹੀ ਹੁੰਦੇ ਆ। ਵੈਸੇ ਹੁਣ ਤਾਂ ਇੰਪਰੂਵਡ ਵਰਾਇਟੀਜ਼ ਵੀ ਚਲੋ ਆ ਗਈਆਂ ਕਿ ਜਿਹੜੀ ਮੋਨੇਸ਼ੀਅਸ ਵਰਾਇਟੀਜ਼ ਆ ਗਈਆਂ, ਠੀਕ ਹੈ। ਉਹਦੇ ਵਿੱਚ ਇੱਕ ਪੇੜ ਜਿਹੜਾ ਹੈ ਚੱਲ ਜਾਂਦਾ, ਇੱਕ ਪੇੜ 2 ਪੇੜ ਦਾ ਕੀ ਸੀਨ ਹੈ, ਇਹਦਾ ਮਤਲਬ ਇਹ ਹੁੰਦਾ ਕਿ ਇੱਕ ਪੇੜ ਤਾਂ ਮੇਲ ਵਾਲਾ ਹੁੰਦਾ, ਦੂਸਰਾ ਪੇੜ ਜਿਹੜਾ ਹੁੰਦਾ ਫੀਮੇਲ ਹੁੰਦਾ, ਠੀਕ ਹੈ। ਮਤਲਬ ਇੱਕ ਜੋ ਹੈ ਪੇੜ ਉਹਦੇ ਉੱਪਰ ਮੇਲ ਗਮੀਟਸ ਹੁੰਦੇ ਆ, ਮੇਲ ਫਲਾਵਰਸ ਪ੍ਰੋਡਿਊਸ ਹੋਣਗੇ, ਦੂਸਰੇ ਉੱਪਰ ਫੀਮੇਲ ਫਲਾਵਰਸ ਪ੍ਰੋਡਿਊਸ ਹੋਣਗੇ, ਠੀਕ ਹੈ। ਫਿਰ ਜੋ ਪੋਲੀਨੇਸ਼ਨ ਵਾਸਤੇ 2 ਟਰੀਜ਼ ਲਾਣੇ ਪੈਂਦੇ ਆ, ਮੇਲ ਫਲਾਵਰ ਵਾਲਾ ਐਂਡ ਦੂਜਾ ਫੀਮੇਲ ਫਲਾਵਰ ਵਾਲਾ, ਅਤੇ ਇਹਨੂੰ ਕੀ ਕਹਿੰਦੇ ਆ ਡਾਇਓਸ਼ੀਅਸ। ਇੱਦਾਂ ਦੇ ਇਹਨੂੰ ਕੀ ਕਹਿੰਦੇ ਡਾਇਓਸ਼ੀਅਸ, ਜਿਹਦੇ ਮੇਲ ਅਤੇ ਫੀਮੇਲ ਜਿਹੜੇ ਗਮੀਟਸ ਹੁੰਦੇ ਆ ਅਲੱਗ ਅਲੱਗ ਪਲਾਂਟਸ ਦੇ ਉੱਪਰ ਹੁੰਦੇ ਆ, ਦੈਟ ਆਰ ਡਾਇਓਸ਼ੀਅਸ। ਐਂਡ ਮੋਨੋਸ਼ੀਅਸ ਹੁੰਦਾ ਕਿ ਇੱਕੋ ਪਲਾਂਟ ਦੇ ਉੱਪਰ ਮੇਲ ਅਤੇ ਫੀਮੇਲ ਔਰਗਨਸ ਪ੍ਰੈਜੈਂਟ ਹੁੰਦੇ ਆ। ਓਕੇ, ਆਈ ਹੋਪ ਵੈਲ ਗੋਟ ਇਟ, ਠੀਕ ਹੈ। ਸੋ ਜੋ ਪਪੀਤਾ ਮੇਨਲੀ ਡਾਇਓਸ਼ੀਅਸ ਪਲਾਂਟ ਹੈ ਜਿਹਦੇ ਮੇਲ ਅਤੇ ਫੀਮੇਲ ਜਿਹੜੇ ਹੈ ਔਰਗਨਸ ਡਿਫਰੈਂਟ ਪਲਾਂਟਸ ਦੇ ਹੁੰਦੇ ਆ। ਮੇਲ ਪਲਾਂਟਸ ਅਲੱਗ ਹੁੰਦਾ, ਫੀਮੇਲ ਪਲਾਂਟ ਅਲੱਗ ਹੁੰਦਾ। ਸੋ ਇਹ 2 ਜਿਹੜੇ ਪਲਾਂਟ ਗਰੋ ਕਰਨੇ ਪੈਂਦੇ ਆ ਤਾਂ ਕਿ ਪੋਲੀਨੇਸ਼ਨ ਪ੍ਰੋਪਰ ਹੋ ਸਕੇ। ਓਕੇ, ਤਾਂ ਇੱਥੇ ਜਿਹੜਾ ਪੁੱਸਾ ਡਵਾਰਫ ਹੈ ਇਹ ਵਰਾਇਟੀ ਕਿਹੜੀ ਹੈ, ਡਾਇਓਸ਼ੀਅਸ ਵਰਾਇਟੀ ਹੈ। ਓਕੇ, ਨਾਓ ਮੂਵ ਟੂ ਨੈਕਸਟ ਕੁਐਸਚਨ। ਆਈ ਹੋਪ ਯੂ ਗਾਈਜ਼ ਵੈਲ ਗੋਟ ਇਟ। ਨੈਕਸਟ, seeds directly produced under the control of originating breeder are called। ਦੇਖੋ ਸੀਡਸ ਜਿਹੜੇ ਹੁੰਦੇ ਆ ਅਲੱਗ ਅਲੱਗ ਹੁੰਦੇ ਆ, ਇੱਦਾਂ ਦੇ ਸੀਡ ਜਿਹੜੇ ਸਾਇੰਟਿਸਟ ਪ੍ਰੋਡਿਊਸ ਕਰਦੇ ਆ, ਠੀਕ ਹੈ, ਬਰੀਡਰ ਪ੍ਰੋਡਿਊਸ ਕਰਦੇ ਆ, ਉਹ ਹੁੰਦਾ ਨਿਊਕਲੀਅਸ ਸੀਡ ਜਿਹੜਾ 100% ਪਿਓਰ ਹੁੰਦਾ, ਠੀਕ ਹੈ। ਉਹਦੇ 'ਚ ਕਿਸੇ ਵੀ ਤਰ੍ਹਾਂ ਦੀ ਇੰਪਿਓਰਿਟੀ ਨਹੀਂ ਪਾਈ ਜਾਂਦੀ। ਤਾਂ ਕਹਿੰਦੇ ਇਹੀ ਹੈ ਕੁਐਸ਼ਨ ਆਪਣਾ ਕਿ ਜਿਹੜੇ ਸੀਡਸ ਆ ਡਾਇਰੈਕਟਲੀ ਪ੍ਰੋਡਿਊਸ ਹੁੰਦੇ ਆ ਅੰਡਰ ਦਾ ਕੰਟਰੋਲ ਆਫ ਔਰੀਜਨੇਟਿਕ ਬਰੀਡਰ, ਠੀਕ ਹੈ। ਔਰੀਜਨੇਟਿਕ ਬਰੀਡਰ ਦੇ ਕੰਟਰੋਲ ਦੇ ਵਿੱਚ ਜਿਹੜਾ ਪ੍ਰੋਡਿਊਸ ਹੁੰਦਾ ਦੈਟ ਇਜ਼ ਨੋਨ ਐਜ਼ ਨਿਊਕਲੀਅਸ ਸੀਡ। ਨਿਊਕਲੀਅਸ ਸੀਡ ਤੋਂ ਬਾਅਦ ਕੀ ਆਉਂਦਾ ਐਜ਼ ਅਕੋਰਡਿੰਗ ਟੂ ਇਨਫੋਰਮੇਸ਼ਨ ਕਿ ਨਿਊਕਲੀਅਸ ਸੀਡ ਤੋਂ ਬਾਅਦ ਕੀ ਪ੍ਰੋਡਿਊਸ ਹੁੰਦਾ, ਬਰੀਡਰ ਸੀਡ। ਨਿਊਕਲੀਅਸ ਸੀਡ ਬੀਜਤਾ, ਉਹਦੇ ਤੋਂ ਜਿਹੜਾ ਹੈ ਬਰੀਡਰ ਸੀਡ ਪੈਦਾ ਹੋਊਗਾ। ਬਰੀਡਰ ਸੀਡ ਬੀਜਤਾ, ਉਹਦੇ ਤੋਂ ਜਿਹੜਾ ਫਾਊਂਡੇਸ਼ਨ ਸੀਡ ਪੈਦਾ ਹੋਊਗਾ। ਫਾਊਂਡੇਸ਼ਨ ਸੀਡ ਤੋਂ ਕਿਹੜਾ ਸੀਡ ਪੈਦਾ ਹੋਊਗਾ, ਰਜਿਸਟਰਡ ਸੀਡ। ਰਜਿਸਟਰਡ ਸੀਡ ਤੋਂ ਬਾਅਦ ਕਿਹੜਾ ਪੈਦਾ ਹੁੰਦਾ, ਦੈਟ ਇਜ਼ ਸਰਟੀਫਾਈਡ ਸੀਡ। ਜਿਹੜੇ ਸਰਟੀਫਾਈਡ ਸੀਡਸ ਹੁੰਦੇ ਆ ਉਹ ਫਾਰਮਰ ਤੱਕ ਅਵੇਲੇਬਲ ਹੁੰਦੇ ਆ, ਠੀਕ ਹੈ। ਤਾਂ ਨਿਊਕਲੀਅਸ ਸੀਡ ਜਿਹੜਾ ਹੈ ਪ੍ਰੋਡਿਊਸ ਕਰਦਾ, ਬਰੀਡਰ ਪ੍ਰੋਡਿਊਸ ਕਰਦਾ, ਸਾਇੰਟਿਸਟ ਪ੍ਰੋਡਿਊਸ ਕਰਦਾ, ਐਂਡ ਉਹ ਜਿਹੜਾ ਫਾਰਮਰਸ ਤੱਕ ਅਵੇਲੇਬਲ ਹੁੰਦਾ ਉਹ ਦੈਟ ਆਰ ਸਰਟੀਫਾਈਡ ਸੀਡਸ। ਓਕੇ, ਫਸਟ ਜਿਹੜਾ ਸੀਡ ਹੁੰਦਾ ਦੈਟ ਇਜ਼ ਨਿਊਕਲੀਅਸ ਸੀਡ। ਨਾਓ ਮੂਵ ਟੂ ਨੈਕਸਟ ਕੁਐਸ਼ਨ। ਇਨ ਨਾਰਦਰਨ ਇੰਡੀਆ ਗ੍ਰੇਪਸ ਆਰ ਪ੍ਰੂਨਡ ਇਨ, ਠੀਕ ਹੈ। ਨਾਰਦਰਨ ਇੰਡੀਆ ਵਿੱਚ ਜਿਹੜਾ ਹੈ ਗ੍ਰੇਪਸ ਹੈ ਜਿਹੜੇ ਅੰਗੂਰ, ਉਹਨਾਂ ਨੂੰ ਪ੍ਰੂਨਿੰਗ ਕਦੋਂ ਕੀਤੀ ਜਾਂਦੀ ਹੈ। ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪ੍ਰੂਨਿੰਗ ਕੀ ਹੁੰਦੀ ਆ, ਠੀਕ ਹੈ।
ਪ੍ਰੂਨਿੰਗ ਹੁੰਦਾ ਕਿ ਅਗਰ ਕੋਈ ਡਿਸੀਜ਼ਡ ਪਲਾਂਟ ਹੈ, ਕੋਈ ਡਿਸੀਜ਼ਡ ਬ੍ਰਾਂਚਿਸ ਵਗੈਰਾ ਹੈਗੀਆਂ, ਇੱਕ ਤਰ੍ਹਾਂ ਦੀ ਆਪਾਂ ਕਹਿੰਦੇ ਹਾਂ ਵੀ ਕੁਛ ਜਿਹੜੇ ਹੈ ਪਲਾਂਟ ਦੇ ਪਾਰਟਸ ਵਗੈਰਾ, ਬ੍ਰਾਂਚਿਸ ਵਗੈਰਾ ਹੋ ਗਈਆਂ, ਰੂਟਸ ਹੋ ਗਏ, ਸ਼ੂਟਸ ਹੋ ਗਏ, ਬਰਡਸ ਵਗੈਰਾ ਰਿਮੂਵਲ ਕੀਤੀ ਜਾਂਦੀ ਹੈ। ਠੀਕ ਹੈ, ਪਲਾਂਟ ਨੂੰ ਪ੍ਰੋਪਰ ਜਿਹੜਾ ਉਹਦਾ ਦੇਣ ਵਾਸਤੇ ਕਿ ਅਗਰ ਕੋਈ ਮੰਨ ਲਓ ਡਿਸੀਜ਼ਡ ਹੈ, ਕੋਈ ਵੀਕ ਬ੍ਰਾਂਚਿਸ ਵਗੈਰਾ ਹੈਗੀਆਂ, ਠੀਕ ਹੈ, ਕੋਈ ਡਿਸੀਜ਼ਡ ਬ੍ਰਾਂਚਿਸ ਹੈ ਕਿ ਜਿੱਥੇ ਕੋਈ ਬਿਮਾਰੀ ਪਈ ਹੈ ਉਹ ਕੱਟ ਦਿੰਦੇ ਆ, ਜਾਂ ਕੋਈ ਬਹੁਤ ਜ਼ਿਆਦਾ ਵੀਕ ਬ੍ਰਾਂਚਿਸ ਹੈ ਜਿਨ੍ਹਾਂ ਦੇ ਉੱਪਰ ਫੂਡਸ ਵਗੈਰਾ ਨਹੀਂ ਲੱਗ ਸਕਦੇ, ਉਹ ਐਕਸਟਰਾ ਗਰੋਥ ਹੈ ਇੱਕ ਤਰ੍ਹਾਂ ਦੀ, ਉਹ ਕੱਟ ਦਿੰਦੇ ਆ। ਠੀਕ ਹੈ, ਇੱਦਾਂ ਦੇ ਓਪਰੇਸ਼ਨ ਨੂੰ ਕੀ ਕਿਹਾ ਜਾਂਦਾ? ਪ੍ਰੂਨਿੰਗ ਕਿਹਾ ਜਾਂਦਾ। ਐਂਡ ਇਹ ਕਾਹਦੇ ਵਾਸਤੇ ਹੁੰਦਾ ਕਿ ਪ੍ਰੋਪਰ ਜਿਹੜੇ ਆਪਣੇ ਫੂਡਸ ਪ੍ਰੋਡਿਊਸ ਹੋਣ, ਉਹਨਾਂ ਦੀ ਪ੍ਰੋਪਰ ਕੁਆਲਿਟੀ ਹੋਏ, ਪ੍ਰੋਪਰ ਜਿਹੜਾ ਆਪਣੀ ਯੀਲਡ ਆਏ। ਠੀਕ ਹੈ, ਕੁਆਲਿਟੀ ਅਤੇ ਕੁਆਂਟਿਟੀ ਅੱਛੀ ਹੋਏ, ਯੀਲਡ ਵਧੀਆ ਆਏ, ਕੁਆਲਿਟੀ ਦਾ ਫਰੂਟ ਬਣੇ, ਕਿ ਐਕਸਟਰਾ ਜਿਹੜੀਆਂ ਬ੍ਰਾਂਚਿਸ ਵਗੈਰਾ ਹੈਗੀਆਂ, ਵੀਕ ਬ੍ਰਾਂਚਿਸ ਆ, ਉਹ ਕੱਟ ਦਿੰਦੇ ਆ, ਜਿਹੜਾ ਰੂਟਸ ਵੀ ਕੱਟ ਦਿੰਦੇ ਆ, ਕਈ ਬਰਡਸ ਵਗੈਰਾ, ਮਤਲਬ ਬਹੁਤ ਜ਼ਿਆਦਾ ਹੈਵੀ ਜਿਹਾ ਹੋਇਆ ਪਿਆ ਪਲਾਂਟ, ਉਹਨੂੰ ਜਿਹੜਾ ਹੌਲਾ ਕਰ ਦਿੰਦੇ ਆ, ਕਟਿੰਗ ਕਰ ਦਿੰਦੇ ਆ ਕਾਫੀ ਚੀਜ਼ਾਂ ਦੀ। ਠੀਕ ਹੈ, ਤਾਂ ਇਹ ਕਦੋਂ ਕੀਤਾ ਜਾਂਦਾ? ਗ੍ਰੇਪਸ ਦੇ ਵਿੱਚ, ਦੈਟ ਇਜ਼ ਦਸੰਬਰ ਜਨਵਰੀ ਦੇ ਵਿੱਚ ਇਹ ਕੀਤਾ ਜਾਂਦਾ। ਦਸੰਬਰ ਜਨਵਰੀ। ਓਕੇ, ਪ੍ਰੂਨਿੰਗ ਕਦੋਂ ਕੀਤੀ ਜਾਂਦੀ ਹੈ? ਮੇਨਲੀ ਲੇਟਰ ਸਟੇਜਸ 'ਤੇ ਕੀਤੀ ਜਾਂਦੀ ਹੈ, ਕਿ ਜਦੋਂ ਫਲਾਵਰਿੰਗ ਪੈਣ ਵਾਲੀ ਹੈ, ਔਰ ਕਹਿ ਸਕਦੇ ਹਾਂ ਕਿ ਫੁੱਲ ਪੈਣ ਵਾਲਾ ਹੈ, ਜਦੋਂ ਫਲਾਰ ਐਂਡ ਫਰੂਟ ਬਣਨ ਵਾਲਾ, ਉਦੋਂ ਜਿਹੜੀ ਪ੍ਰੂਨਿੰਗ ਲੇਟਰ ਸਟੇਜਸ ਵਿੱਚ ਕੀਤੀ ਜਾਂਦੀ ਹੈ, ਦੈਟ ਇਜ਼ ਦਸੰਬਰ ਜਨਵਰੀ। ਗ੍ਰੇਪਸ ਦੇ ਵਿੱਚ ਕਦੋਂ ਕੀਤੀ ਜਾਂਦੀ ਹੈ? ਦਸੰਬਰ ਜਨਵਰੀ ਦੇ ਵਿੱਚ ਪ੍ਰੂਨਿੰਗ ਕੀਤੀ ਜਾਂਦੀ ਹੈ। ਇੱਦਾਂ ਦੇ ਕੁਐਸਚਨ ਆ ਜਾਂਦੇ ਆ ਅਲੱਗ-ਅਲੱਗ ਫਰੂਟਸ 'ਤੇ। ਨਾਓ ਮੂਵ ਟੂ ਨੈਕਸਟ ਕੁਐਸਚਨ। ਆਈ ਹੋਪ ਵੈਰੀ ਵੈਲ ਗॉट ਇਟ। ਐਨੀ ਡਾਊਟ ਗਾਇਜ਼? Okay, now move to next question. Growing of short duration crop like ਤੋਰੀਆਂ। ਠੀਕ ਹੈ, ਤੋਰੀਆਂ ਗਰੋ ਕਰਨੀਆਂ ਡਿਊਰਿੰਗ ਦਾ ਪੀਰੀਅਡ ਇਨ ਵਿਚ ਬਿਟਵੀਨ ਦਾ ਟੂ ਮੇਨ ਕ੍ਰੋਪਸ, ਉਹਨੂੰ ਕੀ ਕਹਿੰਦੇ? ਕੈਚ ਕ੍ਰੋਪ। ਨਾਮ ਤੋਂ ਹੀ ਬਹੁਤ ਕਲੀਅਰ ਹੈ, ਕੈਚ ਕ੍ਰੋਪ। ਕੈਚ ਕ੍ਰੋਪ ਦਾ ਮਤਲਬ ਹੈ ਕਿ ਤੁਸੀਂ ਕੋਈ ਟਾਈਮ ਹੈ ਉਹਨੂੰ ਪ੍ਰੀਸ਼ੀਅਸਲੀ ਯੂਜ਼ ਕਰ ਲਿਆ, ਅਤੇ ਆਪਾਂ ਕੋਈ ਵਿੱਚੋਂ ਕ੍ਰੋਪ ਕੈਚ ਕਰ ਲਈ, ਮਤਲਬ ਲੈ ਲਈ। ਠੀਕ ਹੈ, ਕੋਈ ਇਹਦੇ 'ਚ ਹੁੰਦਾ ਕਿ ਮਤਲਬ ਕ੍ਰੋਪ ਜਿਹੜੀਆਂ ਬਹੁਤ ਛੋਟੀਆਂ ਡਿਊਰੇਸ਼ਨ ਦੀਆਂ ਹੁੰਦੀਆਂ, ਲਾਈਕ 2 ਕੁ ਮਹੀਨੇ ਦੀ ਹੁੰਦੀ ਹੈ, 2-2.5 ਮਹੀਨਿਆਂ ਦੀ ਕ੍ਰੋਪਸ ਹੁੰਦੀਆਂ ਨਾ, ਇਹ 2 ਸੀਜ਼ਨ ਦੇ ਵਿੱਚੋਂ ਕੋਈ ਕੈਚ ਕ੍ਰੋਪ ਲੈ ਲੈਂਦੇ। ਜਿਵੇਂ ਇੱਕ ਪਹਿਲਾਂ ਤੁਸੀਂ ਕੋਈ ਕ੍ਰੋਪ ਲਾਈ, ਉਹ ਅਰਲੀ ਮੈਚੋਰਿੰਗ ਵਾਲੀ ਲਾ ਲਈ। ਠੀਕ ਹੈ, ਵੀ ਅਰਲੀ ਮੈਚਿਓਰ ਹੋ ਗਈ, ਤਾਂ ਵਿੱਚੋਂ ਜਿਹੜਾ ਟਾਈਮ ਬਚ ਗਿਆ ਅਗਲੀ ਕ੍ਰੋਪ ਲਾਉਣ ਦੇ ਵਿੱਚ, ਜਿਹੜੀ ਪਿਛਲੀ ਕ੍ਰੋਪ ਦੇ ਵਿੱਚ ਜਿਹੜਾ ਟਾਈਮ ਬਚ ਗਿਆ, ਜੇ 2 ਕੁ ਮਹੀਨੇ ਪੈਂਦੇ ਪਏ ਆ ਉਹਦੇ ਵਿੱਚ, ਤਾਂ ਤੁਸੀਂ ਇੱਕ ਵਿੱਚੋਂ ਕੈਚ ਕ੍ਰੋਪ ਲੈ ਲੈਂਦੇ ਹੋ। ਠੀਕ ਹੈ, ਜਿਹੜੀਆਂ ਬਹੁਤ ਸ਼ੋਰਟ ਡਿਊਰੇਸ਼ਨ ਦੀਆਂ ਕ੍ਰੋਪਸ ਹੁੰਦੀਆਂ ਉਹ ਕੈਚ ਕ੍ਰੋਪਸ ਹੁੰਦੀਆਂ। ਮੇਨਲੀ ਤੋਰੀਆਂ ਵਗੈਰਾ ਆ ਜਾਂਦੀ ਹੈ ਕੈਚ ਕ੍ਰੋਪ ਦੇ ਅੰਦਰ। ਇਹ ਇਸ ਕਰਕੇ ਵੀ ਲੈਂਦੇ ਆ ਕਿ ਮੰਨ ਲਓ ਜਿਹੜਾ ਹੈ ਆਪਣੀ ਪਹਿਲਾਂ ਕੋਈ ਕ੍ਰੋਪ ਲਾਈ ਸੀ, ਉਹ ਖ਼ਰਾਬ ਹੋ ਗਈ। ਠੀਕ ਹੈ, ਕਿਸੇ ਨੈਚੁਰਲ ਕੈਲਾਮਿਟੀ ਕਰਕੇ, ਕੋਈ ਉੱਥੇ ਇਨਸੈਕਟ ਪੈਸਟ ਪੈ ਗਿਆ, ਜਾਂ ਫਿਰ ਕੋਈ ਆਪਾਂ ਕਹਿ ਸਕਦੇ ਹਾਂ ਹਾੜ ਆ ਗਿਆ, ਜਾਂ ਫਿਰ ਸੋਕਾ ਪੈ ਗਿਆ, ਉਹਦੇ ਕਰਕੇ ਆਪਣੀ ਕੋਈ ਕ੍ਰੋਪ ਖ਼ਰਾਬ ਹੋ ਗਈ। ਹੁਣ ਆਪਾਂ ਆਪਦੀ ਜਿਹੜਾ ਹੈ ਇਕਨੋਮਿਕ ਬੈਨੀਫਿਟਸ ਵਾਸਤੇ ਕਹਿ ਸਕਦੇ ਹਾਂ ਕਿ ਆਪਦੀ ਇਕਨੋਮਿਕ ਸਿਕਿਉਰਿਟੀ ਕਰਨ ਵਾਸਤੇ ਆਪਾਂ ਵਿੱਚੋਂ ਕੋਈ ਕੈਚ ਕ੍ਰੋਪ ਲੈ ਲੈਂਦੇ ਹਾਂ, ਕਿ ਜਿਹੜੀ ਛੋਟੀ ਜਿਹੀ ਕ੍ਰੋਪ ਹੋਵੇ, ਛੋਟੇ ਜਿਹੇ ਡਿਊਰੇਸ਼ਨ ਦੀ। ਇਹ ਤੋਂ ਬਾਅਦ ਆਪਣੀ ਹੁਣ ਵਾਲੀ ਕ੍ਰੋਪ ਤਾਂ ਚਲੋ ਖ਼ਰਾਬ ਹੋ ਗਈ, ਹੁਣ ਆਪਾਂ ਕੈਚ ਕ੍ਰੋਪ ਲੈ ਲੈਂਦੇ ਹਾਂ ਵਿੱਚੋਂ, ਉਹ ਜਿਹੜੀ ਅਗਲੀ ਕ੍ਰੋਪ ਅਗਲੇ ਸੀਜ਼ਨ ਦੀ ਫਿਰ ਲਾਵਾਂਗੇ। ਤਾਂ ਇਹ 2 ਕੁ ਮਹੀਨਿਆਂ ਦੀ ਕ੍ਰੋਪ ਹੁੰਦੀ ਹੈ, ਵਾਲੀ ਵੱਡੀ ਨਹੀਂ ਹੁੰਦੀ। ਠੀਕ ਹੈ, ਇਹਨੂੰ ਸ਼ਾਰਟ ਡਿਊਰੇਸ਼ਨ ਦੀ ਕ੍ਰੋਪ ਹੁੰਦੀ ਹੈ, ਦੈਟ ਆਰ ਨੋਨ ਐਜ਼ ਕੈਚ ਕ੍ਰੋਪ, ਦੈਟ ਇਜ਼ ਤੋਰੀਆਂ। ਓਕੇ, ਨੈਕਸਟ, ਨੈਸ਼ਨਲ ਰਿਮੋਟ ਸੈਂਸਿੰਗ ਏਜੰਸੀ ਇਜ਼ ਲੋਕੇਟਿਡ ਐਟ ਹੈਦਰਾਬਾਦ। ਠੀਕ ਹੈ, ਹੈਦਰਾਬਾਦ ਦੇ ਵਿੱਚ ਨੈਸ਼ਨਲ ਰਿਮੋਟ ਸੈਂਸਿੰਗ ਏਜੰਸੀ ਜਿਹੜੀ ਹੈ ਪਾਈ ਜਾਂਦੀ ਹੈ ਹੈਦਰਾਬਾਦ 'ਚ। ਇਹ ਕੀ ਹੁੰਦਾ ਹੈ? ਇੱਕ ਤਰ੍ਹਾਂ ਦਾ ਇੱਦਾਂ ਦਾ ਨੈਸ਼ਨਲ ਰਿਮੋਟ ਸੈਂਸਿੰਗ ਏਜੰਸੀ ਹੈ ਕਿ ਸੈਟੇਲਾਈਟ ਵਗੈਰਾ ਦੀ ਐਕੁਇਜ਼ੀਸ਼ਨ ਕਰਨਾ, ਕਿ ਸੈਟੇਲਾਈਟਸ ਦਾ, ਜਾਂ ਫਿਰ ਜਿਹੜਾ ਸਪੇਸ ਕ੍ਰਾਫਟ ਹੈ ਉਹਦੇ ਬਾਰੇ। ਠੀਕ ਹੈ, ਸਪੇਸ ਕ੍ਰਾਫਟ ਰਿਸਰਚ ਵਗੈਰਾ ਉਹਦੇ ਰਿਲੇਟਿਡ, ਜਾਂ ਕੋਈ ਡਿਜ਼ਾਸਟਰ ਮੈਨੇਜਮੈਂਟ ਵਾਸਤੇ। ਠੀਕ ਹੈ, ਪ੍ਰੋਪਰ ਜਿਹੜਾ ਹੈ ਇਹਨਾਂ ਦੀ ਮੈਨੇਜਮੈਂਟ ਕੀਤੀ ਜਾਂਦੀ ਹੈ, ਰਿਮੋਟ ਸੈਂਸਿੰਗ ਹੁੰਦੀ ਹੈ ਇਹ ਏਜੰਸੀ। ਇਹਨਾਂ ਚੀਜ਼ਾਂ ਦੀ ਜਿਹੜੀ ਹੈ ਆਪਣੀ ਡਿਟਰਮੀਨੇਸ਼ਨ ਕਹਿ ਸਕਦੇ ਹਾਂ ਕੀਤਾ ਜਾਂਦਾ ਹੈ। ਓਕੇ, ਦੈਟ ਇਜ਼ ਇਨ ਦਾ ਹੈਦਰਾਬਾਦ। ਨਾਓ ਮੂਵ ਟੂ ਨੈਕਸਟ ਕੁਐਸਚਨ। Which agriculture implement is being used for subsoiling in primary tillage operation? ਠੀਕ ਹੈ, ਪ੍ਰਾਇਮਰੀ ਟਿਲੇਜ ਆਪਰੇਸ਼ਨ ਦੇ ਵਿੱਚ ਜਿਹੜਾ ਹੈ ਕਿਹੜਾ ਇੰਸਟਰੂਮੈਂਟ ਜਿਹੜਾ ਸਬਸੋਇਲਿੰਗ ਕੀਤੀ ਜਾਂਦੀ ਹੈ? ਦੇਖੋ, ਸੋਇਲ ਇੱਕ ਹੁੰਦਾ ਹੈ ਕਿ ਉੱਤੋਂ ਮਿੱਟੀ ਦਾ ਪੱਟ ਕੇ ਉਹਨੂੰ ਪਲੋ ਕਰਕੇ ਜ਼ਮੀਨ ਜਿਹੜੀ ਵਾਹ ਕੇ ਆਪਾਂ ਕਹਿ ਸਕਦੇ ਹਾਂ ਔਰ ਕ੍ਰੋਪ ਲਾਉਣ ਵਾਸਤੇ ਤਿਆਰ ਕੀਤੀ ਜਾਂਦੀ ਆ। ਇੱਕ ਆਪਾਂ ਕਹਿੰਦੇ ਹਾਂ ਨਾ ਥੋੜ੍ਹੇ ਸਾਲਾਂ ਬਾਅਦ 3-4-5 ਸਾਲਾਂ ਬਾਅਦ ਕਹਿ ਸਕਦੇ ਹਾਂ ਤੁਸੀਂ ਸਬਸੋਇਲਿੰਗ ਕਰਿਆ ਕਰੋ। ਠੀਕ ਹੈ, ਸਬਸੋਇਲਿੰਗ ਕਾਹਦੇ ਨਾਲ ਕੀਤੀ ਜਾਂਦੀ ਹੈ? ਇੱਕ ਚਿਜ਼ਲਰ ਪਲੋ,
ਚੀਜ਼ਲ ਪਲੋ ਜਾਂ ਚਿਜ਼ਲਰ ਪਲੋ ਆਪਾਂ ਇਹਨੂੰ ਕਹਿ ਦਿੰਦੇ ਹਾਂ। ਇਹ ਇੱਦਾਂ ਦਾ ਜਿਹੜਾ ਹੁੰਦਾ ਹੈ ਇੰਪਲੀਮੈਂਟ ਹੈ, ਯੂਜ਼ ਕੀਤਾ ਜਾਂਦਾ। ਇਹ ਡੂੰਘੀ ਪਟਾਈ ਕੀਤੀ ਜਾਂਦੀ ਹੈ, ਸੋਇਲਿੰਗ ਨਹੀਂ, ਸਬ ਸੋਇਲਿੰਗ। ਸਬ ਸੋਇਲਿੰਗ ਜਿਹੜੀਆਂ ਥੱਲੜੀਆਂ ਲੇਅਰਸ ਹੈ ਨਾ ਸੋਇਲ ਦੀਆਂ, ਅਪ ਟੂ 60 ਸੈਂਟੀਮੀਟਰ ਤੱਕ ਜਿਹੜੀਆਂ ਸੋਇਲਸ ਆ, ਉੱਥੋਂ ਜਿਹੜੀ ਡੂੰਘੀ ਜਿਹੜੀ ਆ ਪਟਾਈ ਜ਼ਮੀਨ ਦੀ ਕੀਤੀ ਜਾਂਦੀ ਆ। ਇਹ ਸਬ ਸੋਇਲਰ ਇੱਦਾਂ ਦਾ ਇਕਵਿਪਮੈਂਟ ਹੁੰਦਾ, ਬਹੁਤ ਅੱਗੋਂ ਤਿੱਖਾ ਹੁੰਦਾ, ਸ਼ਾਰਪੀ ਹੁੰਦਾ। ਉਹ ਜਿਹੜਾ ਡੂੰਘਾ ਹੈ ਸੋਇਲ ਪੱਟ ਦਿੰਦਾ, ਜਿਹੜੇ ਹਾਰਡ ਪੈਨਸ ਹੁੰਦੇ ਆ ਉਹ ਪੱਟ ਦਿੰਦਾ। ਔਰ ਪ੍ਰੋਪਰ ਜਿਹੜੀ ਹੈ ਸੋਇਲ ਦੀ ਆਪਾਂ ਕਹਿ ਸਕਦੇ ਹਾਂ ਏਅਰੇਸ਼ਨ ਕਰ ਦਿੰਦਾ, ਠੀਕ ਹੈ, ਲੂਜ਼ਨ ਕਰ ਦਿੰਦਾ ਸੋਇਲ ਨੂੰ, ਏਅਰਰੇਟ ਕਰ ਦਿੰਦਾ, ਤਾਂ ਕਿ ਜਿਹੜੇ ਪ੍ਰੋਪਰ ਹਾਰਡ ਪੈਨਸ ਬ੍ਰੇਕ ਹੋ ਸਕਣ ਐਂਡ ਜਿਹੜਾ ਪ੍ਰੋਪਰ ਤੁਹਾਡੀ ਆ ਯੀਲਡ ਆ ਸਕੇ। ਜਿਹੜੇ ਥੱਲੇ ਨਿਊਟ੍ਰੀਐਂਟਸ ਵਗੈਰਾ ਹੁੰਦੇ ਆ ਉਹ ਸੋਇਲ 'ਤੇ ਜਿੱਥੇ ਪਲਾਂਟ ਨਹੀਂ ਪਹੁੰਚ ਪਾਉਂਦਾ ਉਹਦੀਆਂ ਰੂਟਸ, ਉਹ ਵਾਲੀਆਂ ਜਿਹੜਾ ਨਿਊਟ੍ਰੀਐਂਟਸ ਆ ਸੋਇਲ ਥੱਲੜੀ ਸੋਇਲ ਚੱਕ ਕੇ ਉੱਤੇ ਕਰ ਦਿੰਦੇ ਆ, ਠੀਕ ਹੈ, ਟੋਪ ਸੋਇਲ 'ਤੇ ਕਰ ਦਿੰਦੇ ਆ, ਤਾਂ ਕਿ ਨਿਊਟ੍ਰੀਐਂਟਸ ਜਿਹੜੇ ਹੈ ਦੁਬਾਰਾ ਤੋਂ ਰਿਕਵਰ ਹੋ ਜਾਣ। ਤਾਂ ਇੱਦਾਂ ਦਾ ਇਹ ਸਬ ਸੋਇਲਿੰਗ ਕੀਤੀ ਜਾਂਦੀ ਹੈ। ਇਹ ਕੋਈ ਆਪਾਂ ਕਹਿ ਸਕਦੇ ਹਾਂ 3-4 ਸਾਲਾਂ ਬਾਅਦ ਵਿੱਚੋਂ ਸਬ ਸੋਇਲਿੰਗ ਕਰਿਆ ਕਰੋ, ਜਿਹਦੇ ਨਾਲ ਜਿਹੜਾ ਥੱਲੜੀਆਂ ਲੇਅਰਸ ਆ ਸੋਇਲ ਦੀਆਂ ਉਹ ਪੱਟੀਆਂ ਜਾਂਦੀਆਂ, ਠੀਕ ਹੈ। ਨਿਊਟ੍ਰੀਐਂਟ ਜਿਹੜਾ ਬੈਨੀਫਿਸ਼ੀਅਲ ਹੁੰਦੇ ਆਪਣੇ ਲਈ। ਸੋ ਇਹ ਇੱਕ ਆਂਦਾ ਯਾਦ ਰੱਖਣਾ ਇੰਪਲੀਮੈਂਟ ਦਾ ਨਾਮ, ਦੈਟ ਇਜ਼ ਚੀਜ਼ਲ ਪਲੋ। ਚੀਜ਼ਲ ਪਲੋ, ਓਕੇ, ਦੈਟ ਇਜ਼ ਚਿਜ਼ਲਰ ਵੀ ਕਹਿ ਦਿੰਦੇ ਆ ਨੂੰ, ਚੀਜ਼ਲ ਪਲੋ। ਨੈਕਸਟ, cracking in tomato is due to the deficiency of boron। ਜੋ ਆਪਾਂ ਕਹਿ ਸਕਦੇ ਹਾਂ ਕਰੈਕਿੰਗ ਹੁੰਦੀ ਆ ਟਮਾਟਰ ਦੇ ਵਿੱਚ, ਠੀਕ ਹੈ, ਉਹ ਕਾਹਦੇ ਕਰਕੇ ਆਉਂਦੀ? ਕਈ ਵਾਰ ਹੁੰਦਾ ਨਾ ਟਮਾਟਰ ਲਾਈਕ ਪੇੜ ਦੇ ਉੱਤੇ ਲੱਗਿਆ ਹੀ ਕਰੈਕ ਹੋ ਜਾਂਦਾ, ਠੀਕ ਹੈ, ਵਿੱਚ ਉਹਦਾ ਜਿਹੜਾ ਹੈ ਕਰੈਕਿੰਗ ਹੋ ਜਾਂਦੀ ਆ। ਤਾਂ ਇਹ ਕਿਸੇ ਡੈਫੀਸ਼ੀਐਂਸੀ ਕਰਕੇ ਹੁੰਦੀ ਹੈ, ਫਿਜ਼ੀਓਲੋਜੀਕਲ ਡਿਸਆਰਡਰ ਹੈ ਇਹ, ਠੀਕ ਹੈ, ਕਿਸੇ ਨਿਊਟ੍ਰੀਐਂਟ ਦੀ ਡੈਫੀਸ਼ੀਐਂਸੀ ਕਰਕੇ ਕਰੈਕਿੰਗ ਹੁੰਦੀ ਆ। ਦੈਟ ਇਜ਼ ਟੂ ਦ ਡੈਫੀਸ਼ੀਐਂਸੀ ਆਫ ਬੋਰਨ। ਬੋਰਨ ਦੀ ਕਮੀ ਆ ਜਾਂਦੀ ਹੈ ਮਿੱਟੀ 'ਚ, ਤਾਂ ਜਿਹੜੀ ਹੈ ਕਰੈਕਿੰਗ ਹੋਣ ਲੱਗ ਜਾਂਦੀ ਹੈ ਟਮਾਟਰ ਦੀ। ਇਹ ਆਪਾਂ ਨੂੰ ਐਪਲ ਦੇ ਵਿੱਚ ਬਹੁਤ ਦੇਖਣ ਨੂੰ ਮਿਲਦੀ ਆ। ਕਰੈਕਿੰਗ ਆਫ ਐਪਲ ਆਲਸੋ ਇਜ਼ ਡਿਊ ਟੂ ਦਾ ਡੈਫੀਸ਼ੀਐਂਸੀ ਆਫ ਬੋਰਨ। ਹੋਰ ਵੀ ਬਹੁਤ ਸਾਰੇ ਡਿਸੀਜ਼ਜ਼ ਹੁੰਦੀਆਂ, ਠੀਕ ਹੈ, ਬੋਰਨ ਦੀ ਡੈਫੀਸ਼ੀਐਂਸੀ ਨਾਲ ਜਾਂ ਫਿਰ ਕੋਪਰ ਦੀ ਡੈਫੀਸ਼ੀਐਂਸੀ ਨਾਲ। ਜਿਵੇਂ ਸਿਟਰਸ ਹੈ, ਸਿਟਰਸ ਦੇ ਵਿੱਚ ਪ੍ਰੋਬਲਮ ਆਪਾਂ ਦੇਖਣ ਨੂੰ ਪੈਂਦੀ ਆ ਡਾਈਬੈਕ ਦੀ ਪ੍ਰੋਬਲਮ ਜਾਂ ਗਮੋਸਿਸ ਦੀ ਪ੍ਰੋਬਲਮ, ਤਾਂ ਉਹ ਕੋਪਰ ਦੀ ਡੈਫੀਸ਼ੀਐਂਸੀ ਕਰਕੇ ਹੁੰਦੀ ਆ। ਹੋਰ ਆਪਾਂ ਗੱਲ ਕਰੀਏ ਵਿਪਟੇਲ ਆਫ ਕੋਲੀਫਲਾਵਰ, ਉਹ ਕਾਹਦੇ ਕਰਕੇ ਹੁੰਦੀ ਆ? ਦੈਟ ਇਜ਼ ਮੋਲਬਡੀਨੀਅਮ ਦੀ ਡੈਫੀਸ਼ੀਐਂਸੀ, ਕਿ ਨਿਊਟ੍ਰੀਐਂਟਸ ਦੀ ਡੈਫੀਸ਼ੀਐਂਸੀ ਕਰਕੇ ਹੁੰਦੀ ਆ। ਦੈਟ ਆਰ ਜਿਹੜਾ ਹੁੰਦਾ ਬਟਨਿੰਗ ਆਫ ਕੋਲੀਫਲਾਵਰ ਹੈ, ਉਹ ਹੁੰਦੀ ਹੈ ਨਾਈਟ੍ਰੋਜਨ ਦੀ ਡੈਫੀਸ਼ੀਐਂਸੀ ਕਰਕੇ। ਫਿਜ਼ੀਓਲੋਜੀਕਲ ਜਿਹੜੀਆਂ ਡਿਸਆਰਡਰਸ ਦੇ ਅੰਦਰ ਆਉਂਦਾ ਜੋ ਨਿਊਟ੍ਰੀਐਂਟ ਦੀ ਡੈਫੀਸ਼ੀਐਂਸੀ ਦੇ ਲਈ ਹੁੰਦੀਆਂ। that is boron। Now move to next question। maximum area under a fruit in India is occupied by। ਦੇਖੋ ਸਭ ਤੋਂ ਜ਼ਿਆਦਾ ਏਰੀਆ ਇੰਡੀਆ ਦੇ ਵਿੱਚ ਕਿਹੜੇ ਫਰੂਟ ਓਕੂਪਾਈ ਕਰਦਾ, ਜਾਂ ਇਨ ਅਦਰ ਵੇ ਵੀ ਕੈਨ ਸੇ ਕਿ ਆਪਾਂ ਸਭ ਤੋਂ ਜ਼ਿਆਦਾ ਕਿਹੜਾ ਫਰੂਟ ਲਾਉਂਦੇ ਹਾਂ, ਠੀਕ ਹੈ, ਕਿਹੜਾ ਫਰੂਟ ਲਾਉਂਦੇ ਹਾਂ? ਸਭ ਤੋਂ ਜ਼ਿਆਦਾ ਮੈਂਗੋ ਲਾਉਂਦੇ ਹਾਂ। ਸਭ ਤੋਂ ਜ਼ਿਆਦਾ ਆਪਾਂ ਮੈਂਗੋ ਗਰੋ ਕਰਦੇ ਹਾਂ। ਮੈਂਗੋ ਤੋਂ ਬਾਅਦ ਆਪਾਂ ਸਿਟਰਸ ਜਿਹੜਾ ਹੈ ਆਪਾਂ ਕਿੰਨੂ ਵਗੈਰਾ ਕਹਿ ਸਕਦੇ ਹਾਂ, ਕਿੰਨੂ ਗ੍ਰੇਪ ਫਰੂਟ ਹੋ ਗਿਆ, ਮੌਸੰਮੀ, ਐਂਡ ਉਸ ਤੋਂ ਬਾਅਦ ਜਿਹੜਾ ਆਪਾਂ ਬਨਾਨਾ ਲਾਉਂਦੇ ਹਾਂ, ਠੀਕ ਹੈ। ਸਭ ਤੋਂ ਜ਼ਿਆਦਾ ਆਪਾਂ ਮੈਂਗੋ ਗਰੋ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਸਿਟਰਸ ਫਰੂਟਸ ਗਰੋ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਬਨਾਨਾ ਗਰੋ ਕਰਦੇ ਹਾਂ ਐਜ਼ ਏਰੀਆ ਵਾਈਜ਼। ਜੇ ਮੈਂ ਇੱਥੇ ਏਰੀਆ ਦੀ ਜਗ੍ਹਾ 'ਤੇ ਆ ਜਾਂਦਾ ਕੁਐਸਚਨ ਪ੍ਰੋਡਕਸ਼ਨ, ਕਿ ਇੰਡੀਆ ਦੇ ਵਿੱਚ ਕਿਹੜਾ ਫਰੂਟ ਹੈ ਜਿਹਦੀ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ, ਤਾਂ ਆਨਸਰ ਆਉਣਾ ਸੀ ਬਨਾਨਾ। ਕਿ ਇੰਡੀਆ ਦੇ ਵਿੱਚ ਬਨਾਨਾ ਇੱਦਾਂ ਦਾ ਫਰੂਟ ਹੈ ਜਿਹਦੀ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਹੁੰਦੀ ਹੈ। ਪਹਿਲਾਂ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਬਨਾਨਾ ਦੀ ਹੁੰਦੀ ਹੈ, ਉਸ ਤੋਂ ਬਾਅਦ ਮੈਂਗੋ ਦੀ ਹੁੰਦੀ ਹੈ, ਐਂਡ ਉਸ ਤੋਂ ਬਾਅਦ ਜਿਹੜਾ ਹੈ ਆਪਣਾ ਸਿਟਰਸ। ਤਾਂ ਤੁਸੀਂ ਕਹਿ ਸਕਦੇ ਹੋ ਕਿ ਸਭ ਤੋਂ ਜ਼ਿਆਦਾ ਆਪਣਾ ਮੈਂਗੋ ਲਾਇਆ ਜਾਂਦਾ, ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕਾਹਦੀ ਹੁੰਦੀ ਹੈ? ਬਨਾਨਾ ਦੀ ਹੁੰਦੀ ਹੈ। ਮੈਂਗੋ ਤੋਂ ਬਾਅਦ ਸਿਟਰਸ, ਫਿਰ ਬਨਾਨਾ, ਅਤੇ ਬਨਾਨਾ ਦੀ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ, ਉਦੋਂ ਘੱਟ ਪ੍ਰੋਡਕਸ਼ਨ ਜਿਹੜੀ ਆ ਮੈਂਗੋ ਦੀ ਹੁੰਦੀ ਆ, ਉਦੋਂ ਬਾਅਦ ਜਿਹੜੀ ਸਿਟਰਸ ਦੀ ਪ੍ਰੋਡਕਸ਼ਨ ਹੁੰਦੀ ਆ, ਠੀਕ ਹੈ। ਆਈ ਹੋਪ ਯੂ ਵੈਰੀ ਵੈਲ ਗੋਟ ਇਟ। ਦੇਖੋ ਇਹਨਾਂ 'ਚੋਂ ਕੋਈ ਕੁਐਸਚਨ ਆ ਸਕਦਾ ਕਿ ਸਭ ਤੋਂ ਜ਼ਿਆਦਾ ਏਰੀਆ ਕਿੰਦਾ ਹੈ, ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕਿੰਦੀ ਹੈ, ਜਾਂ ਸੈਕਿੰਡ ਨੰਬਰ 'ਤੇ ਏਰੀਆ ਕਿਹੜੇ ਫਰੂਟ ਦਾ ਲਾਇਆ ਜਾਂਦਾ, ਸੈਕਿੰਡ ਨੰਬਰ 'ਤੇ ਪ੍ਰੋਡਕਸ਼ਨ ਕਿਹਦੀ ਲਾਈ ਜਾਂਦੀ ਹੈ। ਤਾਂ ਫਸਟ 3 ਜਿਹੜਾ ਹੁੰਦਾ ਮੇਨਲੀ ਯਾਦ ਰੱਖਣੇ ਜ਼ਰੂਰੀ ਹੁੰਦੇ ਆ। ਤੁਸੀਂ ਆਪਣੀ ਕਾਪੀ 'ਤੇ ਨੋਟ ਕਰ ਲੈਣਾ ਗਾਈਸ, ਓਕੇ। ਤੁਸੀਂ ਸੈਸ਼ਨ ਨੂੰ ਪੋਜ਼ ਕਰਕੇ ਪ੍ਰੋਪਰ ਆਪਣਾ ਨੋਟ ਕਰਕੇ ਜਿਹੜੇ ਹੈ ਨੋਟਸ ਤਿਆਰ ਕਰ ਲੈਣੇ ਆ। ਜਿੱਦਾਂ ਜਿੱਦਾਂ ਮੈਂ ਬੋਲ ਰਹੀ ਹਾਂ ਗਾਈਸ ਤੁਸੀਂ ਨਾਲ ਨੋਟ ਕਰ ਲਿਆ ਕਰੋ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਇੱਕ ਕੁਐਸਚਨ ਇੱਕ ਕਰਦੇ ਹਾਂ, ਉਹਦੇ 'ਚ 2-3 ਕੁਐਸਚਨਸ ਕਵਰ ਹੋ ਜਾਂਦੇ ਆ, ਹੈ ਨਾ, ਉਹਦੇ ਰਿਗਾਰਡਿੰਗ ਉਹਦੇ ਰਿਲੇਟਿਡ ਜਿਹੜੇ ਹੁੰਦੇ ਆ।
Now move to next question. The instrument used for measuring water table depth. ठीक है, ਇੱਦਾਂ ਦਾ ਇੱਕ ਇੰਸਟਰੂਮੈਂਟ ਆਉਂਦਾ ਜਿਹੜਾ ਮਈਅਰ ਕਰਦਾ ਕਿ ਜਿਹੜਾ ਗਰਾਊਂਡ ਵਾਟਰ ਹੈ, ਠੀਕ ਹੈ, ਜਿਹੜਾ ਵਾਟਰ ਟੇਬਲ ਹੈ ਆਪਣਾ ਕਿੱਥੋਂ ਤੱਕ ਰਾਈਜ਼ ਹੋ ਗਿਆ, ਕਿੰਨਾ ਹੈ ਉਹਦਾ ਡੈਪਥ ਕਿੱਥੋਂ ਹੈ, ਕਿੰਨਾ ਡੂੰਘਾ ਆਪਣਾ ਵਾਟਰ ਟੇਬਲ ਹੈ, ਉਹ ਮਈਅਰ ਕਰਨ ਵਾਸਤੇ ਇੱਕ ਇੰਸਟਰੂਮੈਂਟ ਹੁੰਦਾ ਪਿਆਜੋਮੀਟਰ। ਠੀਕ ਹੈ, ਪਿਆਜੋਮੀਟਰ ਇੱਦਾਂ ਦਾ ਇੰਸਟਰੂਮੈਂਟ ਹੈ ਜਿਹੜਾ ਮਈਅਰ ਕਰਦਾ ਕਿ ਵਾਟਰ ਟੇਬਲ ਡੈਪਥ, ਕਿ ਵਾਟਰ ਟੇਬਲ ਹੈ ਜਿਹੜਾ ਉਹਦੀ ਡੈਪਥ ਕਿੰਨੀ ਕੁ ਹੈ। ਠੀਕ ਹੈ, ਜਿਹੜਾ ਆਪਣਾ ਥੱਲੜਾ ਪਾਣੀ ਆ ਉਹ ਕਿੰਨੀ ਕੁ ਡੈਪਥ 'ਤੇ ਮੌਜੂਦ ਹੈ। ਤਾਂ ਇਹਨੂੰ ਮਈਅਰ ਕਰਨ ਵਾਸਤੇ ਇੱਕ ਪਿਆਜੋਮੀਟਰ ਇੰਸਟਰੂਮੈਂਟ ਹੁੰਦਾ, ਉਹ ਮਈਅਰ ਕਰ ਦਿੰਦਾ। ਐਂਡ ਆਲਸੋ ਹੋਰ ਵੀ ਬਹੁਤ ਸਾਰੇ ਇੰਸਟਰੂਮੈਂਟਸ ਹੁੰਦੇ ਆ ਜਿਹੜੇ ਯੂਜ਼ ਹੁੰਦੇ ਆ ਐਗਰੀਕਲਚਰ ਦੇ ਵਿੱਚ। ਠੀਕ ਹੈ, ਤੁਹਾਨੂੰ ਮੈਂ ਦੱਸਿਆ ਸੀ ਟੈਂਸ਼ੀਓਮੀਟਰ ਦੱਸਿਆ ਸੀ ਕਿ ਜ਼ਮੀਨ ਦੇ ਵਿੱਚ ਜਿਹੜਾ ਹੈ ਪਾਣੀ ਦਾ ਕਿੰਨਾ ਅਮਾਊਂਟ ਹੈ, ਕਦੋਂ ਪਾਣੀ ਲਾਉਣਾ, ਉਹਦੇ ਨਾਲ ਆਪਣਾ ਜਿਹੜਾ ਹੈ ਐਵੈਲੂਏਸ਼ਨ ਹੋ ਜਾਂਦੀ ਹੈ ਟੈਂਸ਼ੀਓਮੀਟਰ ਦੇ ਨਾਲ। ਹੋਰ ਲਾਈਕ ਤੁਹਾਨੂੰ ਦੱਸਿਆ ਸੀ ਪੋਟੋਮੀਟਰ। ਠੀਕ ਹੈ, ਪੋਟੋਮੀਟਰ ਟਰਾਂਸਪੀਰੇਸ਼ਨ ਲੋਸਿਸ, ਲਾਈਸੀਮੀਟਰ ਇਵੈਪੋਰੇਸ਼ਨ ਲੋਸਿਸ, ਟਰਾਂਸਪੀਰੇਸ਼ਨ ਲੋਸਿਸ ਵਾਸਤੇ। ਤਾਂ ਇੱਦਾਂ ਦੇ ਬਹੁਤ ਸਾਰੇ ਹੋਰ ਵੀ ਇੰਸਟਰੂਮੈਂਟਸ ਹੁੰਦੇ ਆ। ਓਕੇ, ਨਾਓ ਮੂਵ ਟੂ ਨੈਕਸਟ ਕੁਐਸਚਨ। ਕਨਵਰਸ਼ਨ ਆਫ ਅਮੋਨੀਆ ਟੂ ਨਾਈਟ੍ਰੇਟ ਬਾਏ। ਜਿਹੜਾ ਅਮੋਨੀਆ ਹੈ, ਠੀਕ ਹੈ, ਉਹਦੀ ਕਨਵਰਸ਼ਨ ਕਰਨੀ ਨਾਈਟ੍ਰੇਟ ਦੇ ਵਿੱਚ। ਕਾਹਦੇ ਤੋਂ ਕਨਵਰਸ਼ਨ ਹੁੰਦੀ ਹੈ? ਦੈਟ ਇਜ਼ ਨਾਈਟ੍ਰੋਜ਼ੋਮੋਨਾਸ। ਨਾਈਟ੍ਰੋਜ਼ੋਮੋਨਾਸ ਇੱਦਾਂ ਦਾ ਬੈਕਟੀਰੀਆ ਹੈ ਜੋ ਐਟਮੋਸਫੇਰਿਕ, ਆਪਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਹੜਾ ਨਾਈਟ੍ਰੋਜਨ ਫਿਕਸੇਸ਼ਨ ਦੇ ਪ੍ਰੋਸੈਸ ਦੇ ਵਿੱਚ ਹੁੰਦਾ। ਠੀਕ ਹੈ, ਨਾਈਟ੍ਰੋਜਨ ਫਿਕਸੇਸ਼ਨ ਦੇ ਪ੍ਰੋਸੈਸ ਹੈ ਕਿ ਜਿਹੜਾ ਆਪਾਂ ਕਹਿ ਸਕਦੇ ਹਾਂ ਜਿਸ ਫੋਰਮ ਦੇ ਵਿੱਚ ਨਾਈਟ੍ਰੋਜਨ ਐਟਮੋਸਫੇਅਰ 'ਚ ਅਵੇਲੇਬਲ ਹੈ ਉਹਨੂੰ ਉਸ ਫੋਰਮ 'ਚ ਕਨਵਰਟ ਕਰਨਾ ਨਾਈਟ੍ਰੇਟ ਫੋਰਮ ਦੇ ਵਿੱਚ, ਜਿਸ ਫੋਰਮ ਦੇ ਵਿੱਚ ਪਲਾਂਟ ਨੂੰ ਚਾਹੀਦੀ ਹੁੰਦੀ ਹੈ, ਦੈਟ ਇਜ਼ ਨਾਈਟ੍ਰੇਟ। ਤਾਂ ਜੇ ਅਮੋਨੀਆ ਹੈ, ਪਹਿਲਾਂ ਕੀ ਕਰਦੇ ਆ, ਅਮੋਨੀਆ ਤੋਂ ਉਹ ਕਨਵਰਟ ਕਰ ਦਿੰਦੇ ਆ ਨਾਈਟ੍ਰਾਈਟ ਦੇ ਵਿੱਚ। ਓਕੇ, ਨਾਈਟ੍ਰਾਈਟ ਦੇ ਵਿੱਚ ਅਮੋਨੀਆ ਤੋਂ ਕਨਵਰਟ ਕਰਨ ਵਾਸਤੇ ਨਾਈਟ੍ਰੋਜ਼ੋਮੋਨਾਸ ਬੈਕਟੀਰੀਆ ਦੀ ਲੋੜ ਪੈਂਦੀ ਹੈ। ਹੁਣ ਨਾਈਟ੍ਰਾਈਟ ਤੋਂ ਕਨਵਰਟ ਕਾਹਦੇ ਵਿੱਚ ਕਰਨਗੇ? ਨਾਈਟ੍ਰੇਟ ਦੇ ਵਿੱਚ ਕਰਨਗੇ। ਜੇ ਕੁਐਸਚਨ ਆ ਜਾਏ ਕਿ ਨਾਈਟ੍ਰਾਈਟ ਤੋਂ ਨਾਈਟ੍ਰੇਟ ਦੇ ਵਿੱਚ ਕਿਵੇਂ ਕਨਵਰਟ ਕਰਨਾ, ਦੈਟ ਇਜ਼ ਨਾਈਟ੍ਰੋਬੈਕਟਰ। ਤਾਂ ਨਾਈਟ੍ਰੋਬੈਕਟਰ ਯੂਜ਼ ਹੁੰਦਾ। ਜੇ ਅਮੋਨੀਆ ਤੋਂ ਨਾਈਟ੍ਰੇਟ 'ਚ ਕਨਵਰਟ ਕਰਨਾ, ਦੈਟ ਇਜ਼ ਨਾਈਟ੍ਰੋਜ਼ੋਮੋਨਾਸ। ਨਾਈਟ੍ਰੋਜ਼ੋਮੋਨਾਸ ਬੈਕਟੀਰੀਆ ਯੂਜ਼ ਹੁੰਦਾ। ਓਕੇ ਗਾਈਜ਼, I hope you very well got it. Nitrosomonas. Now next, a recorded rainfall of 2.5 centimeter or more within a period of 24 hours. Let's suppose ਤੁਹਾਡੀ ਰੇਨਫੋਲ ਜਿਹੜੀ ਹੈ ਉਹ 2.5 ਸੈਂਟੀਮੀਟਰ ਜਾਂ ਇੱਦੋਂ ਜ਼ਿਆਦਾ ਰੇਨਫੋਲ ਹੋ ਗਈ ਪੂਰੇ ਇੱਕ ਦਿਨ ਦੇ ਵਿੱਚ। ਠੀਕ ਹੈ, 24 ਘੰਟਿਆਂ ਦੇ ਵਿੱਚ ਕਹਿ ਲਓ 1 ਡੇ ਦੇ ਵਿੱਚ ਜਿਹੜੀ ਹੈ ਤੁਹਾਡੀ 2.5 ਸੈਂਟੀਮੀਟਰ ਜਾਂ ਇੱਦੋਂ ਜ਼ਿਆਦਾ ਰੇਨਫੋਲ ਹੋ ਗਈ ਤਾਂ ਉਸ ਦਿਨ ਨੂੰ ਕੀ ਕਹਾਂਗੇ ਆਪਾਂ? ਰੇਨੀ ਡੇ। ਠੀਕ ਹੈ, ਜੇ 2.5 ਸੈਂਟੀਮੀਟਰ ਤੋਂ ਘੱਟ ਹੋਈ ਹੈ ਫਿਰ ਆਪਾਂ ਉਹਨੂੰ ਰੇਨੀ ਡੇ ਨਹੀਂ ਕਹਿ ਸਕਦੇ। ਪਰ ਅਗਰ ਇੰਨੀ ਸਫੀਸ਼ੀਐਂਟ ਰੇਨਫੋਲ ਹੋਗੀ ਕਿ 2.5 ਸੈਂਟੀਮੀਟਰ ਇਸ ਤੋਂ ਜ਼ਿਆਦਾ ਜਿੰਨੀ ਮਰਜ਼ੀ, ਤਾਂ ਆਪਾਂ ਉਹਨੂੰ ਕਹਾਂਗੇ ਟੂਡੇ ਇਜ਼ ਅ ਰੇਨੀ ਡੇ। ਓਕੇ, ਦੈਟ ਇਜ਼ ਰੇਨੀ ਡੇ। 2.5 centimeter. Now move to next question. Next is Central Research Institute for Dryland Agriculture. Dryland Agriculture वाला Central Research Institute कितने situated है? That is situated as Hyderabad. हैदराबाद ਤੇ situated ਹੈ Central Research Institute for Dryland Agriculture. ਠੀਕ ਹੈ, Dryland Agriculture ਵਾਲਾ ਜਿਹੜਾ ਹੈ ਸੈਂਟਰਲ ਰਿਸਰਚ ਇੰਸਟੀਟਿਊਟ ਕਿੱਥੇ? ਦੈਟ ਇਜ਼ ਐਟ ਹੈਦਰਾਬਾਦ। ਓਕੇ, ਹੋਰ ਵੀ ਬਹੁਤ ਸਾਰੇ ਸੈਂਟਰਲ ਲਾਈਕ ਐਗਜ਼ਾਮਪਲ ਜਿਹੜਾ ਮੈਂ ਹਮੇਸ਼ਾ ਦਿੰਦੀ ਕਿ ਸੈਂਟਰਲ ਰਿਸਰਚ ਇੰਸਟੀਟਿਊਟ ਕੋਟਨ ਦਾ ਕਿੱਥੇ ਸਿਚੁਏਟਿਡ ਹੈ? ਦੈਟ ਇਜ਼ ਨਾਗਪੁਰ, ਮਹਾਰਾਸ਼ਟਰ ਸਿਚੁਏਟਿਡ ਹੈ। ਹੋਰ ਵੀ ਬਹੁਤ ਸਾਰੇ ਜਿਹੜੇ ਰਿਸਰਚ ਸੈਂਟਰਸ ਹੁੰਦੇ ਆ। ਤਾਂ ਇਸ ਟਾਈਮ ਜਿਹੜਾ ਤੁਹਾਨੂੰ ਕੁਐਸਚਨ ਪੁੱਛਿਆ ਕਿ ਯਾਦ ਰੱਖਣਾ ਹੈ ਸੈਂਟਰਲ ਰਿਸਰਚ ਇੰਸਟੀਟਿਊਟ ਫॉर ਡਰਾਈਲੈਂਡ ਐਗਰੀਕਲਚਰ ਦੈਟ ਇਜ਼ ਐਟ ਹੈਦਰਾਬਾਦ। ਦੇਖੋ ਗਾਈਜ਼, ਪਹਿਲਾਂ ਆਲਰੇਡੀ 7-8 ਸੈਸ਼ਨਸ ਆ ਚੁੱਕੇ ਆ ਐਗਰੀਕਲਚਰ ਦੇ। ਤੁਸੀਂ ਪਲੀਜ਼ ਉਹਨਾਂ ਨੂੰ ਅੱਛੇ ਤਰੀਕੇ ਨਾਲ ਗੋ ਥਰੂ ਕਰਨਾ ਕਿਉਂਕਿ ਬਹੁਤ ਜ਼ਿਆਦਾ ਇਨਫੋਰਮੇਸ਼ਨ ਮੈਂ ਪਹਿਲਾਂ ਵੀ ਦੇ ਚੁੱਕੀ ਹਾਂ। ਤਾਂ ਕਈ ਕੁਐਸਚਨਸ ਇੱਦਾਂ ਵੀ ਕਹਿ ਦਿੰਦੇ ਕਿ ਉਹ ਜਿਹੜਾ ਹੈ ਪਹਿਲਾਂ ਦੱਸਿਆ ਸੀ। ਠੀਕ ਹੈ, ਤਾਂ ਇਸ ਕਰਕੇ ਤੁਸੀਂ ਫਸਟ ਸੈਸ਼ਨ 'ਚ ਤੁਸੀਂ ਦੇਖਣਾ ਸਟਾਰਟ ਕਰਨਾ। ਸਾਰੇ ਸੈਸ਼ਨ ਜਿਹੜੇ ਬਹੁਤ ਅੱਛੇ ਤਰੀਕੇ ਨਾਲ ਦੇਖਣਾ ਹੈ। ਸਾਰੇ ਕੁਐਸਚਨ ਜੋ ਹੈ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਹੈ। ਓਕੇ, ਤੁਸੀਂ ਜਿਹੜਾ ਮੈਕਸਿਮਮ ਇਨਫੋਰਮੇਸ਼ਨ ਅਵੇਲ ਕਰਨ ਦੀ ਕੋਸ਼ਿਸ਼ ਕਰਨੀ ਹੈ। I hope you all very well got it. Now move to next question.
ਡਿਊਰਿੰਗ ਫੋਟੋਸਿੰਥੇਸਿਸ सन रेज absorbed by the pigment। ठीक है, ਜਦੋਂ ਫੋਟੋਸਿੰਥੇਸਿਸ ਹੁੰਦੀ ਹੈ ਤਾਂ ਜਿਹੜੀਆਂ ਸਨ ਰੇਜ਼ ਹੈ ਉਹ ਅਬਜ਼ੋਰਬ ਹੁੰਦੀਆਂ। ਠੀਕ ਹੈ, ਆਪਾਂ ਨੂੰ ਸਭ ਨੂੰ ਪਤਾ ਫੋਟੋਸਿੰਥੇਸਿਸ ਪ੍ਰੋਸੈਸ ਦੇ ਵਿੱਚ ਜਿਹੜੀਆਂ ਸਨ ਰੇਜ਼ ਅਬਜ਼ੋਰਬ ਕਰਦਾ, ਕੌਣ ਅਬਜ਼ੋਰਬ ਕਰਦਾ? ਦੈਟ ਇਜ਼ ਕਲੋਰੋਫਿਲ ਪਿਗਮੈਂਟ ਹੁੰਦਾ। ਲੀਵਸ ਦੇ ਵਿੱਚ ਕਿਹੜਾ ਪਿਗਮੈਂਟ ਪ੍ਰੈਜ਼ੈਂਟ ਹੁੰਦਾ? ਦੈਟ ਇਜ਼ ਕਲੋਰੋਫਿਲ। ਠੀਕ ਹੈ, ਆਪਾਂ ਨੂੰ ਕੋਈ ਵੀ ਪਤਾ ਹੋਣਾ ਚਾਹੀਦਾ ਕਿ ਲੀਵਸ ਆ ਉਹਦਾ ਗ੍ਰੀਨ ਕਲਰ ਹੈ ਕਾਹਦੇ ਕਰਕੇ ਹੁੰਦਾ? ਦਿਸ ਇਜ਼ ਡਿਊ ਟੂ ਦਾ ਕਲੋਰੋਫਿਲ ਪਿਗਮੈਂਟ। ਠੀਕ ਹੈ, ਕਲੋਰੋਫਿਲ ਪਿਗਮੈਂਟ ਕਰਕੇ ਜਿਹੜਾ ਹੈ ਗ੍ਰੀਨ ਕਲਰ ਹੁੰਦਾ ਲੀਵਸ ਦਾ। ਅਤੇ ਫੋਟੋਸਿੰਥੇਸਿਸ ਪ੍ਰੋਸੈਸ ਹੁੰਦਾ। ਫੋਟੋਸਿੰਥੇਸਿਸ ਪ੍ਰੋਸੈਸ ਕੀ ਹੁੰਦਾ ਕਿ ਉਹ ਜਿਹੜਾ ਆਪਣਾ ਫੂਡ ਬਣਾਉਂਦਾ, ਪਲਾਂਟ ਆਪਦਾ ਫੂਡ ਜਨਰੇਟ ਕਰਦਾ ਕਾਰਬਨ ਡਾਈਆਕਸਾਈਡ ਯੂਜ਼ ਕਰਕੇ, ਪਾਣੀ ਯੂਜ਼ ਕਰਕੇ ਅਤੇ ਸਨ ਰੇਜ਼ ਯੂਜ਼ ਕਰਕੇ ਆਪਦਾ ਫੂਡ ਤਿਆਰ ਕਰ ਲੈਂਦਾ। ਉਹਨੂੰ ਫੋਟੋਸਿੰਥੇਸਿਸ ਪ੍ਰੋਸੈਸ ਕਹਿੰਦੇ ਹਾਂ। ਜਿਹੜਾ ਫੂਡ ਹੁੰਦਾ ਗਲੂਕੋਜ਼ ਦੀ ਫੋਰਮ 'ਚ ਤਿਆਰ ਕਰਦਾ। ਇਹ ਜਿਹੜਾ ਹੈ ਕਿਹਦੇ ਨਾਲ ਪੋਸੀਬਲ ਹੁੰਦਾ? ਕਲੋਰੋਫਿਲ ਕਰਕੇ, ਜਿਹੜਾ ਆਪਣੇ ਲੀਵਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਇੱਕ ਪਿਗਮੈਂਟ ਹੁੰਦਾ ਦੈਟ ਇਜ਼ ਕਲੋਰੋਫਿਲ। ਓਕੇ ਗਾਈਜ਼, ਦੈਟ ਇਜ਼ ਕਲੋਰੋਫਿਲ। Now move to next question. Directorate of Plant Protection is situated at। ठीक है, ਜਿਹੜਾ ਇੱਕ ਡਾਇਰੈਕਟੋਰੇਟ ਆਫ ਪਲਾਂਟ ਪ੍ਰੋਟੈਕਸ਼ਨ ਬਣਿਆ ਹੋਇਆ ਕਿੱਥੇ ਹੈ? ਦੈਟ ਇਜ਼ ਐਟ ਫਰੀਦਾਬਾਦ। ਡਾਇਰੈਕਟੋਰੇਟ ਆਫ ਪਲਾਂਟ ਪ੍ਰੋਟੈਕਸ਼ਨ ਕਿੱਥੇ ਹੈ? ਦੈਟ ਇਜ਼ ਐਟ ਫਰੀਦਾਬਾਦ। ਨਾਓ ਮੂਵ ਟੂ ਨੈਕਸਟ ਕੁਐਸਚਨ। ਕਾਰੀਓਪਸਿਸ ਟਾਈਪ ਆਫ ਫਰੂਟ ਫਾਊਂਡ ਇਨ। ਇੱਕ ਇੱਦਾਂ ਦਾ ਕਾਰੀਓਪਸਿਸ ਟਾਈਪ ਦਾ ਫਰੂਟ ਹੁੰਦਾ ਕਿੱਥੇ ਫਾਊਂਡ ਹੁੰਦਾ? ਦੈਟ ਇਜ਼ ਇਨ ਦਾ ਪੋਆਸੀਆ ਫੈਮਲੀ। ਦੇਖੋ ਪੋਆਸੀਆ ਫੈਮਲੀ ਵੀ ਆਨਸਰ ਆ ਸਕਦਾ, ਇੱਥੇ ਆ ਸਕਦਾ ਗ੍ਰਾਮੀਨੀਆ ਫੈਮਲੀ। ਠੀਕ ਹੈ, ਪੋਆਸੀਆ ਦੀ ਜਗ੍ਹਾ 'ਤੇ ਮੰਨ ਲਓ ਗ੍ਰਾਮੀਨੀਆ ਹੁੰਦਾ ਤਾਂ ਵੀ ਆਨਸਰ ਸਹੀ ਸੀ, ਕਿਉਂਕਿ ਪੋਆਸੀਆ ਅਤੇ ਗ੍ਰਾਮੀਨੀਆ ਫੈਮਲੀ ਸੇਮ ਥਿੰਗ ਹੈ। ਠੀਕ ਹੈ, ਇਹਦੇ ਹੀ ਦੋ ਨਾਮ ਹੈ ਫੈਮਲੀ ਦੇ, ਪੋਆਸੀਆ ਜਾਂ ਗ੍ਰਾਮੀਨੀਆ। ਇਹ ਕਿਹੜੀ ਫੈਮਲੀ ਹੁੰਦੀ ਹੈ? ਦੈਟ ਇਜ਼ ਜਿਹਦੇ 'ਚ ਵੀਟ ਵੀ ਆਉਂਦਾ, ਰਾਈਸ ਵੀ ਆਉਂਦਾ, ਸੀਰੀਅਲਸ ਆਉਂਦੇ ਆ ਮੇਨਲੀ। ਠੀਕ ਹੈ, ਇਹ ਪੋਆਸੀਆ ਫੈਮਲੀ ਹੁੰਦੀ ਆ। ਐਂਡ ਜਿਹੜਾ ਹੈ ਇਹਨਾਂ ਅਲੱਗ ਅਲੱਗ ਫੈਮਲੀਜ਼ ਹੁੰਦੀਆਂ, ਜਿਵੇਂ ਓਕਰਾ ਹੈ ਜਾਂ ਕੋਟਨ ਹੈ ਉਹਦੇ ਮਾਲਵਾਸੀਆ ਫੈਮਲੀ ਹੁੰਦੀ ਆ, ਗ੍ਰਾਮਸ ਦੀ ਕੋਈ ਹੋਰ ਫੈਮਲੀ ਹੁੰਦੀ ਆ, ਕੋਈ ਲੈਗੂਮੀਨੀਅਸੀਆ ਫੈਮਲੀ ਹੁੰਦੇ ਜਿਹੜੇ ਲਿਗਿਊਮਸ ਵਾਲੇ ਹੁੰਦੇ। ਠੀਕ ਹੈ, ਫਲੀਦਾਰ ਹੁੰਦੇ ਆ। ਤਾਂ ਇਹਨਾਂ ਦੇ ਫਰੂਟ ਟਾਈਪ ਨੂੰ ਕੀ ਕਿਹਾ ਜਾਂਦਾ? ਠੀਕ ਹੈ, ਮੈਂ ਅੱਗੇ ਵੀ ਕੁਐਸਚਨ ਕਰਾਇਆ ਕਿ ਵੀਟ ਦੇ ਫਰੂਟ ਟਾਈਪ ਕਿੱਦਾਂ ਦਾ ਹੁੰਦਾ? ਦੈਟ ਇਜ਼ ਕਾਰੀਓਪਸਿਸ ਹੁੰਦਾ। ਰਾਈਸ ਦਾ ਫਰੂਟ ਟਾਈਪ ਕਿੱਦਾਂ ਦਾ ਹੁੰਦਾ? ਕਾਰੀਓਪਸਿਸ ਹੁੰਦਾ। ਅਤੇ ਮਤਲਬ ਇਹਦਾ ਮਤਲਬ ਡਾਇਰੈਕਟਲੀ ਹੀ ਪੁੱਛਿਆ ਗਿਆ ਕਿ ਤੁਸੀਂ ਯਾਦ ਰੱਖਣਾ ਕਿ ਵੀਟ ਜਿਹੜਾ ਆਉਂਦਾ ਉਹ ਪੋਆਸੀਆ ਫੈਮਲੀ ਦੇ ਅੰਦਰ ਆਉਂਦਾ ਐਂਡ ਫਿਰ ਉਹਦੇ ਫਰੂਟ ਟਾਈਪ ਨੂੰ ਕੀ ਕਿਹਾ ਜਾਂਦਾ? ਕਾਰੀਓਪਸਿਸ। ਨੈਕਸਟ, ਅਰਕਾ ਲਲਿਮਾ ਐਂਡ ਅਰਕਾ ਕੀਰਤੀਮਾਨ ਆਰ ਦਾ ਹਾਈਬ੍ਰਿਡਸ ਆਫ। ਠੀਕ ਹੈ, ਇਹ ਹਾਈਬ੍ਰਿਡ ਹੈ ਅਰਕਾ ਲਲਿਮਾ, ਅਰਕਾ ਕੀਰਤੀਮਾਨ। ਇਹ ਹਾਈਬ੍ਰਿਡ ਕਾਹਦਾ ਹੈ? ਅਨੀਅਨ ਦੇ ਹਾਈਬ੍ਰਿਡ ਹੈ। ਠੀਕ ਹੈ, ਪਿਆਜ਼ ਦਾ ਜਿਹੜਾ ਹਾਈਬ੍ਰਿਡਸ ਹੈਗੇ ਦੋ, ਅਰਕਾ ਲਲਿਮਾ ਐਂਡ ਅਰਕਾ ਕੀਰਤੀਮਾਨ। ਹਾਈਬ੍ਰਿਡ ਕਿੱਦਾਂ ਤਿਆਰ ਹੁੰਦਾ? ਹਾਈਬ੍ਰਿਡ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਦੋ ਵਰਾਇਟੀਆਂ ਦੇ ਵਿੱਚ ਕ੍ਰੋਸ ਕਰਾ ਕੇ ਜਿਹੜਾ ਹਾਈਬ੍ਰਿਡ ਤਿਆਰ ਕੀਤੇ ਜਾਂਦੇ ਆ। ਮੰਨ ਲਓ ਇੱਕ ਹੈ ਕੋਈ ਉਹਦਾ ਯੀਲਡ ਅੱਛਾ, ਦੂਸਰਾ ਹੈ ਉਹਦੀ ਕੁਆਲਿਟੀ ਵਧੀਆ ਪ੍ਰੋਡਕਟ ਦੀ। ਠੀਕ ਹੈ, ਦੋਨਾਂ ਨੂੰ ਕ੍ਰੋਸ ਕਰਾਇਆ, ਆਪਣੇ ਦੋਨੇ ਕਰੈਕਟਰਿਸਟਿਕਸ ਜਿਹੜਾ ਹੈ ਇੱਕ ਵਰਾਇਟੀ ਦੇ ਅੰਦਰ ਆ ਗਿਆ। ਆਪਾਂ ਨੂੰ ਦੋਨਾਂ ਚੀਜ਼ਾਂ ਚਾਹੀਦੀਆਂ, ਯੀਲਡ ਵੀ ਚਾਹੀਦੀ ਹੈ, ਆਪਾਂ ਨੂੰ ਜਿਹੜਾ ਹੈ ਕੁਆਲਿਟੀ ਵੀ ਚਾਹੀਦੀ ਹੈ। ਆਪਾਂ ਦੋਨਾਂ ਦੀ ਕ੍ਰੋਸਿੰਗ ਕਰਾਤੀ, ਇੱਕ ਇੱਦਾਂ ਦਾ ਹਾਈਬ੍ਰਿਡ ਪ੍ਰੋਡਿਊਸ ਕਰ ਲਿਆ ਜਿਹੜੇ ਦੋਨੋਂ ਕਰੈਕਟਰਸ ਆ ਇੱਕ ਵਰਾਇਟੀ ਦੇ ਅੰਦਰ ਮੌਜੂਦ ਹੋ ਗਏ। ਸੋ ਇਸ ਕਰਕੇ ਹਾਈਬ੍ਰਿਡਸ ਇੰਪਰੂਵਡ ਵਰਾਇਟੀਆਂ ਬਣਾਈਆਂ ਜਾਂਦੀਆਂ ਅਨੀਅਨ ਦੀਆਂ ਹੈ, ਦੈਟ ਇਜ਼ ਅਰਕਾ ਲਲਿਮਾ ਐਂਡ ਅਰਕਾ ਕੀਰਤੀਮਾਨ। ਨੈਕਸਟ, ਸਕੂਪਿੰਗ ਇਜ਼ ਡਨ ਇਨ ਕੋਲੀਫਲਾਵਰ। ਠੀਕ ਹੈ, ਸਕੂਪਿੰਗ ਕੀਤੀ ਜਾਂਦੀ ਹੈ ਕੋਲੀਫਲਾਵਰ। ਇੱਕ ਸਕੂਪਿੰਗ ਇੱਦਾਂ ਦਾ ਲਾਈਕ ਆਪਾਂ ਕਹਿੰਦੇ ਨਾ ਝਟਕਾ ਦੇਣਾ ਪਲਾਂਟ ਨੂੰ। ਠੀਕ ਹੈ, ਉਹੀ ਹੁੰਦਾ ਸਕੂਪਿੰਗ ਕੀਤੇ ਦੇ। ਜਿਹੜਾ ਸੈਂਟਰਲ ਪੋਰਸ਼ਨ ਹੁੰਦਾ ਨਾ ਕਰਡ ਦਾ, ਸੈਂਟਰਲ ਪੋਰਸ਼ਨ ਹੁੰਦਾ ਗੋਭੀ ਦੇ ਫੁੱਲ ਦਾ, ਉਹ ਥੋੜ੍ਹਾ ਜਿਹਾ ਰਿਮੂਵ ਕਰ ਦਿੱਤਾ ਜਾਂਦਾ ਤਾਂ ਕਿ ਜਿਹੜਾ ਉਹਦੀ ਸੀਡ ਸਟਾਲ ਕਹਿ ਸਕਦੇ ਆਪਾਂ, ਫਲਾਰ ਸਟਾਲ ਕਹਿ ਸਕਦੇ, ਫਲਾਰ ਸਟਾਲ ਨੂੰ ਇਨੀਸ਼ੀਏਟ ਕਰ ਦੇਵੇ ਕਿ ਉਹ ਆਪਦੀ ਫਲਾਰ ਸਟਾਲ ਜਿਹੜੀ ਹੈ ਪ੍ਰੋਡਿਊਸ ਕਰਨੀ ਸਟਾਰਟ ਕਰ ਦੇਵੇ। ਇਸ ਕਰਕੇ ਜਿਹੜਾ ਉਹਦਾ ਸੈਂਟਰਲ ਪੋਰਸ਼ਨ ਹੁੰਦਾ ਨਾ ਕਰਡ ਦਾ ਉਹ ਰਿਮੂਵ ਕੀਤਾ ਜਾਂਦਾ ਹੈ। ਠੀਕ ਹੈ, ਕਾਹਦੇ ਵਾਸਤੇ? ਤਾਂ ਕਿ ਉਹ ਇਨੀਸ਼ੀਏਸ਼ਨ ਕਰਦੇ ਆਪਦੀ ਸ਼ੁਰੂ ਕਰਦੇ ਬਣਾਉਣੀ ਫਲਾਰ ਸਟਾਲ। ਦੈਟ ਇਜ਼ ਸਕੂਪਿੰਗ ਆਪਰੇਸ਼ਨ ਇਜ਼ ਡਨ ਇਨ ਕੋਲੀਫਲਾਵਰ। ਤੁਹਾਨੂੰ ਇੱਦਾਂ ਹੀ ਕੁਐਸਚਨ ਆਊਗਾ ਕਿ ਸਕੂਪਿੰਗ ਆਪਰੇਸ਼ਨ ਕਾਹਦੇ ਵਿੱਚ ਹੁੰਦਾ? ਦੈਟ ਇਜ਼ ਇਨ ਦਾ ਕੋਲੀਫਲਾਵਰ। ਦਾ ਵੈਜੀਟੇਬਲ ਕੰਟੇਨਿੰਗ ਕੰਪਾਊਂਡ ਐਕਟ ਅਗੇਂਸਟ ਕੈਂਸਰ। ਇੱਕ ਇੱਦਾਂ ਦਾ ਕਹਿੰਦੇ
ਕੰਪਾਊਂਡ ਪਾਇਆ ਜਾਂਦਾ ਵੈਜੀਟੇਬਲ ਦੇ ਵਿੱਚ ਜਿਹੜਾ ਕੈਂਸਰ ਦੇ ਅਗੇਂਸਟ ਕੰਮ ਕਰਦਾ। ਦੇਖੋ ਬਹੁਤ ਸਾਰੀਆਂ ਜਿਹੜੀਆਂ ਕਾਰਸੋਜੈਨਿਕ ਪ੍ਰੋਪਰਟੀਜ਼ ਕਈਆਂ ਦੇ ਵਿੱਚ ਹੁੰਦੀਆਂ, ਠੀਕ ਹੈ, ਕਈਆਂ ਦੇ ਵਿੱਚ ਐਂਟੀ ਕੈਂਸਰ ਪ੍ਰੋਪਰਟੀਜ਼ ਹੁੰਦੀਆਂ, ਠੀਕ ਹੈ। ਵੈਜੀਟੇਬਲਸ ਦੇ ਮੇਨਲੀ ਆਪਾਂ ਨੂੰ ਕਿਹਾ ਜਾਂਦਾ ਕਿ ਵੈਜੀਟੇਬਲਸ ਖਾਣੇ ਚਾਹੀਦੇ ਆ ਕਿਉਂਕਿ ਸਾਰੀਆਂ ਵੈਜੀਟੇਬਲਸ ਮੇਨਲੀ ਜਿਹੜੀਆਂ ਹੁੰਦੀਆਂ ਐਂਟੀ ਕੈਂਸਰ ਪ੍ਰੋਪਰਟੀਜ਼ ਹੁੰਦੀਆਂ, ਠੀਕ ਹੈ। ਕੁਛ ਵੈਜੀਟੇਬਲਸ ਹੁੰਦੀਆਂ ਉਹਨਾਂ ਦੇ ਵਿੱਚ ਕੋਈ ਪਰਟੀਕੂਲਰ ਸਪੈਸ਼ਲਿਸਟ ਔਰ ਜਿਹੜੇ ਹੁੰਦਾ ਕੰਪਾਊਂਡ ਪ੍ਰੈਜੈਂਟ ਕਿ ਉਹ ਮੇਨਲੀ ਕੈਂਸਰ ਦੇ ਨਾਲ ਟਰੀਟ ਕਰਦਾ। ਵੈਸੇ ਜਿਹੜੀਆਂ ਸਾਰੀਆਂ ਵੈਜੀਟੇਬਲਸ ਹੁੰਦੀਆਂ ਉਹ ਬਹੁਤ ਜਿਹੜੀਆਂ ਅਸੈਂਸ਼ੀਅਲ ਹੁੰਦੀਆਂ, ਬਹੁਤ ਨਿਊਟ੍ਰੀਐਂਟਸ ਹੁੰਦੇ ਉਹਨਾਂ ਵਿੱਚ, ਔਰ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਕੁਛ ਐਂਟੀ ਕੈਂਸਰ ਪ੍ਰੋਪਰਟੀਜ਼ ਹੁੰਦੀਆਂ। ਤਾਂ ਆਪਣੀ ਜਿਹੜੀ ਬਰੋਕਲੀ ਆ, ਠੀਕ ਹੈ, ਇਹ ਬਰੋਕਲੀ ਆਪਾਂ ਜਿਹੜੀ ਹੈ ਕੋਲੀਫਲਾਵਰ ਕੈਬੇਜ ਵਾਲੀ ਫੈਮਿਲੀ ਕੋਲ ਕ੍ਰੋਪਸ ਦੀ ਹੀ ਹੈ। ਇਹ ਇਹਨਾਂ ਦੇ ਵਿੱਚ ਮੇਨਲੀ ਪਾਏ ਜਾਂਦੇ ਆ। ਬਰੋਕਲੀ ਦੇ ਵਿੱਚ ਕੁਝ ਐਂਟੀ ਕੈਂਸਰ ਪ੍ਰੋਪਰਟੀਜ਼ ਪਾਈਆਂ ਜਾਂਦੀਆਂ ਜਿਹੜਾ ਹੈ ਅਗੇਂਸਟ ਕੈਂਸਰ ਜਿਹੜਾ ਵਰਕ ਕਰਦੀਆਂ, ਠੀਕ ਹੈ। ਦੈਟ ਇਜ਼ ਇਨ ਦਾ ਬਰੋਕਲੀ। ਨਾਓ ਮੂਵ ਟੂ ਨੈਕਸਟ ਕੁਐਸਚਨ। ਆਈ ਹੋਪ ਗਾਇਸ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ। ਤੁਸੀਂ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਕਰਨਾ ਗਾਇਸ, ਓਕੇ। ਅਗਰ ਤੁਸੀਂ ऑनलाइन स्टडी मटीरियल या मॉक टेस्ट सीरीज़ वगैरह चाहते हो या क्रैश कोर्स इनरोल करना चाहते हो तो तुसी ऑफिशियल वैबसाइट पर विजिट करना, दैट इज़ www.cbcexamguru.in। okay, now move to our next question, that is 19. The largest and second largest fruit and vegetable producing countries are। देखो ऐदा दी कंट्री दसो जिथे लार्जस्ट एंड सैकेंड लार्जस्ट, जिते सब तो ज़्यादा फ्रूट्स ते वैजीटेबल्स पाए जाते हैं ਜਾਂ सैकेंड नंबर ਦੇ ਆਪਾਂ ਕਹਿੰਦੇ फ्रूट्स ਤੇ ਵੈਜੀਟੇਬਲ ਪਾਏ ਜਾਂਦੇ ਆ। ਯਾਦ ਰੱਖਣਾ ਸਭ ਤੋਂ ਜ਼ਿਆਦਾ ਫਰੂਟ ਐਂਡ ਵੈਜੀਟੇਬਲਸ ਚਾਈਨਾ ਦੇ ਵਿੱਚ ਪਾਏ ਜਾਂਦੇ ਆ ਐਂਡ ਆਪਣਾ ਇੰਡੀਆ ਜਿਹੜਾ ਹੈ ਸੈਕਿੰਡ ਨੰਬਰ 'ਤੇ ਆ, ਠੀਕ ਹੈ। ਇੰਡੀਆ ਆਪਣਾ ਸੈਕਿੰਡ ਨੰਬਰ 'ਤੇ ਆ ਫਰੂਟਸ ਦੇ ਵਿੱਚ, ਵੈਜੀਟੇਬਲਸ ਦੇ ਵਿੱਚ ਐਂਡ ਆਲਸੋ ਰਾਈਸ ਦੇ ਵਿੱਚ, ਆਲਸੋ ਵੀਟ ਦੇ ਵਿੱਚ, ऑयल सीड्स ਦੇ ਵਿੱਚ, ਕੋਟਨ 'ਚ, ਸ਼ੂਗਰ ਕੇਨ 'ਚ, ਸਭ ਕਿਤੇ ਜਿਹੜਾ ਹੈ ਆਪਣਾ ਇੰਡੀਆ ਸੈਕਿੰਡ ਨੰਬਰ 'ਤੇ ਹੈ ਇਹਨਾਂ ਚੀਜ਼ਾਂ 'ਚ, ਠੀਕ ਹੈ। ਤਾਂ ਆਪਾਂ ਇੱਥੇ ਪੁੱਛਿਆ ਸੀ ਫਰੂਟਸ ਅਤੇ ਵੈਜੀਟੇਬਲ ਸਭ ਤੋਂ ਜ਼ਿਆਦਾ ਕਿੱਥੇ ਹੁੰਦੇ ਆ? ਚਾਈਨਾ। ਸੈਕਿੰਡ ਨੰਬਰ 'ਤੇ ਕਿੱਥੇ ਹੁੰਦੇ ਆ? ਇੰਡੀਆ। ਸੋ ਆਵਰ ਆਨਸਰ ਇਜ਼ ਚਾਈਨਾ ਐਂਡ ਇੰਡੀਆ। ਚਾਈਨਾ ਐਂਡ ਇੰਡੀਆ। ਓਕੇ, ਨਾਓ ਮੂਵ ਟੂ ਨੈਕਸਟ ਕੁਐਸਚਨ। ਕੁਛ दैट इज़ द सीड एक्ट अनैक्टेड ड्यूरिंग, एक सीड एक्ट बनाया गया सी। देखो नैशनल सीड कॉरपोरेशन है जड़ा 1963 ਦੇ ਵਿੱਚ ਬਣਿਆ ਨੈਸ਼ਨਲ ਸੀਡ ਕਾਰਪੋਰੇਸ਼ਨ। ਇਹਨੇ 1966 ਦੇ ਵਿੱਚ ਇੱਕ ਸੀਡ ਐਕਟ ਬਣਾਇਆ, ਠੀਕ ਹੈ। ਉਹ ਕੀ ਸੀ ਕਿ ਤੁਸੀਂ ਪ੍ਰੋਪਰ ਜਿਹੜਾ ਹੈ ਕੁਆਲਿਟੀ ਦੇ ਸੀਡਸ ਪ੍ਰੋਵਾਈਡ ਕਰਵਾਉਣੇ ਆ ਫਾਰਮਰਸ ਨੂੰ, ਠੀਕ ਹੈ। ਉਹਨਾਂ ਨੇ ਇਨਸ਼ੋਰ ਕੀਤਾ ਕਿ ਸੀ ਪ੍ਰੋਪਰ ਤੁਸੀਂ ਕੁਆਲਿਟੀ ਦੇ ਜਿਹੜੇ ਸੀਡਸ ਆ ਸਰਟੀਫਾਈਡ ਸੀਡਸ ਫਾਰਮਰਸ ਤੱਕ ਪਹੁੰਚਣ। ਕੋਈ ਜਿਹੜੇ ਡਿਟੋਰੇਟਡ ਸੀਡ ਹੈ ਕਿਸੇ ਇਨਸੈਕਟ ਪੈਸਟ ਪਏ ਹੋਏ ਇੱਦਾਂ ਦੇ ਸੀਡਸ ਫਾਰਮਰ ਤੱਕ ਨਹੀਂ ਪਹੁੰਚਾਣੇ, ਤਾਂ ਕਿ ਜਿਹੜੇ ਹਾਈਬ੍ਰਿਡ ਸੀਡਸ ਹੈ ਇੰਪਰੂਵਡ ਵਰਾਇਟੀਆਂ ਫਾਰਮਰ ਤੱਕ ਪਹੁੰਚਾਈਆਂ ਗਈਆਂ। ਸਰਟੀਫਾਈਡ ਸੀਡਸ ਜਿਹੜੇ ਹੈ ਫਾਰਮਰ ਤੱਕ ਰਾਈਟ ਟਾਈਮ ਰਾਈਟ ਪਲੇਸ ਦੇ ਉੱਪਰ ਪਹੁੰਚਾਏ ਗਏ। ਤਾਂ ਇਹ ਜਿਹੜਾ ਬਣਾਇਆ ਗਿਆ ਸੀ 1966 ਦੇ ਵਿੱਚ, ਪਰ ਇਹ ਕਮ ਇਨਟੂ ਫੋਰਸ ਕਦੋਂ ਹੋਇਆ? ਦੈਟ ਇਜ਼ ਇਨ ਦਾ 1969, ਠੀਕ ਹੈ। 1969 'ਚ ਕਮ ਇਨਟੂ ਫੋਰਸ ਹੋਇਆ, 1966 ਦੇ ਵਿੱਚ ਵੈਸੇ ਇਹ ਐਕਟ ਬਣ ਗਿਆ ਸੀ। ਓਕੇ, ਸੋ ਆਵਰ ਆਨਸਰ ਇਜ਼ 1966। ਆਪਾਂ ਗਾਈਜ਼ ਅੱਗੇ ਕਰ ਰਹੇ ਹਾਂ ਕੁਛ ਨਾ ਇੱਦਾਂ ਦੀਆਂ ਐਪਸ ਬਣਾਈਆਂ ਗਈਆਂ, ਠੀਕ ਹੈ, ਫਾਰਮਰਸ ਲਈ, ਠੀਕ ਹੈ, ਫਾਰਮਰਸ ਦੀ ਬੈਨੀਫਿਸ਼ੀਅਲ ਲਈ ਕਿ ਉਹ ਘਰ ਬੈਠ ਕੇ ਆਪਣਾ ਫੋਨ ਦੇ ਉੱਪਰ ਹੀ ਪ੍ਰੋਪਰ ਇਨਫੋਰਮੇਸ਼ਨ ਲੈ ਸਕਣ, ਠੀਕ ਹੈ। ਤਾਂ ਇਹ ਕੁਛ ਐਪਸ ਬਣਾਈਆਂ ਗਈਆਂ, ਐਂਡਰੋਇਡ ਐਪਸ ਹੈ ਇਹ। ਗੱਲ ਕਰਦੇ ਆ ਕਿਸਾਨ ਸੁਵਿਧਾ, ਠੀਕ ਹੈ। ਕਿਸਾਨ ਸੁਵਿਧਾ ਇੱਦਾਂ ਦੀ ਐਂਡਰੋਇਡ ਐਪ ਬਣਾਈ ਗਈ ਹੈ। ਇਹ ਕੀ ਪ੍ਰੋਵਾਈਡ ਕਾਹਦੇ ਵਾਸਤੇ ਬਣਾਈ ਗਈ ਆ? ਸਾਰੀਆਂ ਫਾਰਮਰਸ ਦੇ ਰਿਗਾਰਡਿੰਗ ਹੀ ਆਪਾਂ ਗੱਲ ਕਰਾਂਗੇ, ਜਿਹੜੀ ਉਹਨਾਂ ਦੇ ਰਿਲੇਟਡ ਐਪਸ ਬਣਾਈਆਂ ਗਈਆਂ ਕਿਸਾਨ ਸੁਵਿਧਾ। ਦਿਸ ਐਪ ਦੇ ਵਿੱਚ ਕੀ ਹੈ? ਇਟ ਪ੍ਰੋਵਾਈਡਸ ਇਨਫੋਰਮੇਸ਼ਨ ਔਨ ਕਰੰਟ ਵੈਦਰ, ਠੀਕ ਹੈ। ਇਹ ਕਰੰਟ ਵੈਦਰ ਦੀ ਇਨਫੋਰਮੇਸ਼ਨ ਦਿੰਦੀ ਆ। ਕਰੰਟ ਵੈਦਰ ਕੀ ਹੁਣ ਇਸ ਟਾਈਮ ਕਿੰਨਾ ਟੈਂਪਰੇਚਰ ਹੈ, ਕਿੰਨੀ ਹਿਊਮਿਡਿਟੀ ਹੈ, ਕਿ ਜਿਹੜਾ ਹੈ ਉਹਦੀਆਂ ਜਿਹੜਾ ਵਿੰਡ ਦੀ ਸਪੀਡ ਕਿੰਨੀ ਹੈ, ਜੋ ਵਿੰਡ ਦੀ ਡਾਇਰੈਕਸ਼ਨ ਕਿਹੜੀ ਹੈ, ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਦਿੰਦੀ ਕਰੰਟ ਵੈਦਰ ਦੀ ਇਨਫੋਰਮੇਸ਼ਨ। ਕਰੰਟ ਵੈਦਰ ਦੀ ਇਨਫੋਰਮੇਸ਼ਨ ਉਹਨਾਂ ਨੇ ਕਾਹਤੋਂ ਲੈਣੀ ਹੁੰਦੀ ਆ? ਕੋਈ ਕਰੋਪ ਹੈ, ਠੀਕ ਹੈ, ਕੋਈ ਇੱਦਾਂ ਦੀ ਸਟੇਜ 'ਤੇ ਹੈ ਜਿਹਦੇ 'ਤੇ ਉਹਨੂੰ ਮੈਂ ਕਹਿੰਦੀ ਹਾਂ ਆਪਾਂ ਫਲਾਵਰਿੰਗ ਵਗੈਰਾ ਹੈ ਜਾਂ ਕੋਈ ਹੋਰ ਹੈ, ਉਹਦੇ 'ਤੇ ਡਿਸਾਈਡ ਕਰਨਾ ਕਿ ਪਾਣੀ ਕਦੋਂ ਲਾਉਣਾ,
ठीक है। पानी कदों लाना है और कदों नहीं लाना, ये चीज़ ਉਹਦਾ डिसाइड करना, कोई होर ਉਹਨੇ ऑपरेशन करना ਉਹਦੇ 'ਤੇ, ਜਾਂ ਉਹਦੀ ਆਪਾਂ ਕਹਿੰਦੇ ਆ ਕਿ ਜਦੋਂ ਫਸਲ ਉਦੋਂ ਨਹੀਂ ਪੱਟਣੀ ਚਾਹੀਦੀ, ਠੀਕ ਹੈ, ਜਦੋਂ ਮੀਂਹ ਪੈਣਾ ਹੋਵੇ। ਮੀਂਹ ਪੈਣ 'ਤੇ ਫਸਲ ਜਾਂ ਤਾਂ ਪਹਿਲਾਂ ਪੱਟ ਲਓ ਫਸਲ, ਮੀਂਹ ਜਦੋਂ ਹਲੇ ਨਹੀਂ ਪਿਆ, ਜਾਂ ਫਿਰ ਉਹਨੂੰ ਉਦੋਂ ਨਾ ਪੱਟੋ, ਕੋਈ 4-5 ਦਿਨਾਂ ਬਾਅਦ ਪੱਟੋ, ਜਦੋਂ ਥੋੜ੍ਹੀ ਧੁੱਪ ਲੱਗ ਜਾਏ, ਸੁੱਕ ਜਾਵੇ, ਫਿਰ ਪੱਟੋ, ਨਹੀਂ ਤਾਂ ਉਹਦੀ ਜਿਹੜੀ ਇਕਨੋਮਿਕ ਵੈਲਿਊ ਖ਼ਰਾਬ ਹੋ ਜਾਂਦੀ ਹੈ, ਕੁਆਲਿਟੀ ਖ਼ਰਾਬ ਹੋ ਜਾਂਦੀ ਹੈ। ਤਾਂ ਇੱਦਾਂ ਇੱਕ ਆਪਦੇ ਜਿਹੜਾ ਹੈ ਵੈਦਰ ਦੇ ਰਿਗਾਰਡਿੰਗ ਉਹਦੇ ਇਨਫੋਰਮੇਸ਼ਨ ਲੈਣਾ। ਹੋਰ ਐਂਡ ਆਲਸੋ ਫੋਰਕਾਸਟ ਫੋਰ ਦਾ ਨੈਕਸਟ 5 ਈਅਰਸ, 5 ਈਅਰਸ ਤੱਕ ਦੀ ਉਹਦੀ ਫੋਰਕਾਸਟਿੰਗ ਕਰ ਦਿੰਦੇ ਆ, ਵੈਦਰ ਫੋਰਕਾਸਟਿੰਗ ਕਰ ਦਿੰਦੇ ਕਿ 5 ਦਿਨਾਂ ਤੱਕ ਦਾ ਮੌਸਮ ਕਿੱਦਾਂ ਰਹੂਗਾ, ਠੀਕ ਹੈ, ਉਹ ਦੱਸ ਦਿੰਦਾ ਇਸ ਐਪ ਦੇ ਅੰਦਰ। ਮਾਰਕੀਟ ਪ੍ਰਾਈਸਿਸ, ਮਾਰਕੀਟ ਪ੍ਰਾਈਸ ਕੀ ਹੈ, ਕਿਸੇ ਪਰਟੀਕੂਲਰ ਕਰੋਪ ਦਾ ਆਪਣੀ ਮੰਡੀ ਪ੍ਰਾਈਸ ਕੀ ਚੱਲ ਰਿਹਾ ਇਸ ਟਾਈਮ, ਕਿੱਥੇ ਆ, ਅਲੱਗ-ਅਲੱਗ ਸਟੇਟਸ ਦੇ ਵਿੱਚ। ਆਲਸੋ ਆਫ ਕੋਮੋਡਿਟੀ ਕਰੋਪਸ ਇਨ ਦਾ ਨੀਅਰੈਸਟ ਟਾਊਨ, ਉਹਦੇ ਨੇੜੇ ਤੇੜੇ ਜਿਹੜੇ ਟਾਊਨਸ ਦੇ ਵਿੱਚ ਕਿੰਨਾ ਮਾਰਕੀਟ ਪ੍ਰਾਈਸ ਚੱਲ ਰਿਹਾ। ਨੌਲੇਜ ਔਨ ਫਰਟੀਲਾਈਜ਼ਰਸ, ਫਰਟੀਲਾਈਜ਼ਰਸ ਦੀ ਪ੍ਰੋਪਰ ਨੌਲੇਜ ਦੇ ਦਿੰਦੇ ਕਿ ਤੁਸੀਂ ਕਿੰਨਾ ਕਿਸੇ ਕਰੋਪ ਦੇ ਵਿੱਚ, ਕਿੰਨੇ ਕਿਸੇ ਵੈਜੀਟੇਬਲ 'ਚ ਕਿੰਨਾ ਜਿਹੜਾ ਹੈ ਫਰਟੀਲਾਈਜ਼ਰ ਪਾਉਣਾ ਹੈ, ਨਾਈਟ੍ਰੋਜਨ, ਫੋਸਫੋਰਸ, ਪੋਟਾਸ਼, ਔਰ ਕਿੰਨੇ ਕਿੰਨੇ ਇੰਟਰਵਲਸ 'ਤੇ ਪਾਉਣੀ ਹੈ, ਠੀਕ ਹੈ, ਕਦੋਂ ਕਦੋਂ ਪਾਉਣੀ ਹੈ। ਸੀਡਸ ਦੀ ਇਨਫੋਰਮੇਸ਼ਨ ਕਿ ਕਿਹੜਾ ਸੀਡ ਦੀ ਵਰਾਇਟੀ ਵਧੀਆ, ਕਿਹੜੇ ਕਰੋਪ ਨੂੰ, ਐਂਡ ਜਿਹੜਾ ਹੈ ਇਹ ਸੀਡ ਦਾ ਰੇਟ ਕੀ ਹੈ, ਔਰ ਕਿੰਨਾ ਸੀਡ ਤੁਸੀਂ ਕਿਸੇ ਕਰੋਪ ਵਾਸਤੇ ਪਾਉਣਾ। ਮਸ਼ੀਨਰੀ ਐਟ ਸੈਕਟਰ, ਮਸ਼ੀਨਰੀ ਦੀ ਇਨਫੋਰਮੇਸ਼ਨ ਦੇ ਦਿੰਦਾ ਵੀ ਕਿਹੜੀ ਮਸ਼ੀਨਰੀ ਇਸ ਕਰੋਪ ਵਾਸਤੇ ਯੂਜ਼ ਕਰਨੀ ਚਾਹੀਦੀ ਹੈ, ਜਾਂ ਫਿਰ ਇਹ ਮਸ਼ੀਨਰੀ ਕਿੱਥੋਂ ਮਿਲੂਗੀ, ਕਿੰਨਾ ਰੇਟ ਹੈ ਉਹਦਾ, ਜੋ ਵੀ ਇਨਫੋਰਮੇਸ਼ਨ ਹੈ ਸਾਰੀ ਇਹਦੇ ਅੰਦਰ ਮਿਲਦੀ ਹੈ। ਇੱਦਾਂ ਦੀ ਕਿਸਾਨ ਸੁਵਿਧਾ ਐਪ ਹੈ, ਕਿਸਾਨ ਦੀ ਸੁਵਿਧਾ ਵਾਸਤੇ ਹੀ ਇਹ ਜਿਹੜੀ ਐਪ ਚਲਾਈ ਗਈ ਹੈ। ਓਕੇ, ਨੈਕਸਟ ਇਫਕੋ ਕਿਸਾਨ ਐਗਰੀਕਲਚਰ। ਇਫਕੋ ਕਿਸਾਨ ਐਗਰੀਕਲਚਰ ਇੱਕ ਇੱਦਾਂ ਦੀ ਐਪ ਹੈ। ਇਫਕੋ ਦੀ ਪਹਿਲਾਂ ਫੁੱਲ ਫੋਰਮ ਪਤਾ ਹੋਣੀ ਚਾਹੀਦੀ ਹੈ, ਇੰਡੀਅਨ ਫਾਰਮਰ ਫਰਟੀਲਾਈਜ਼ਰ ਕੋਆਪਰੇਟਿਵ ਲਿਮਿਟਡ, ਠੀਕ ਹੈ, ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮਿਟਡ ਇਹਦੀ ਫੁੱਲ ਫੋਰਮ ਹੁੰਦੀ ਹੈ। ਕਿਸਾਨ ਐਗਰੀਕਲਚਰ ਐਪ ਹੈ ਇਫਕੋ ਕਿਸਾਨ ਐਗਰੀਕਲਚਰ ਐਪ ਇੱਦਾਂ ਦੀ ਹੈ। ਇਫਕੋ ਕਿਸਾਨ ਇਜ਼ ਅ ਸਬਸਿਡਰੀ ਆਫ ਇੰਡੀਅਨ ਫਾਰਮਰ ਫਰਟੀਲਾਈਜ਼ਰ ਕੋਆਪਰੇਟਿਵ ਲਿਮਿਟਡ, ਇੱਦਾਂ ਦੀ ਸਬਸਿਡਰੀ ਹੈ, ਠੀਕ ਹੈ। ਵੈਸੇ ਜਿਹੜਾ ਹੈ ਆਪਾਂ ਨੂੰ ਪਤਾ ਹੈ ਕਿ ਜਿਹੜਾ ਫਰਟੀਲਾਈਜ਼ਰ ਹੈ ਉਹਦੇ ਉੱਪਰ ਸਬਸਿਡੀ ਮਿਲਦੀ ਹੈ, ਠੀਕ ਹੈ। ਯੂਰੀਆ ਜਿੰਨਾ ਕਿਸਾਨ ਨੂੰ ਦਿੱਤਾ ਜਾਂਦਾ ਗੱਟਾ ਜਿੰਨੇ ਦਾ, ਓਨੇ ਦਾ ਨਹੀਂ ਹੁੰਦਾ, ਉਹਨੂੰ ਸਬਸਿਡੀ 'ਤੇ ਜਿਹੜੀ ਹੈ ਫਰਟੀਲਾਈਜ਼ਰ ਪ੍ਰੋਵਾਈਡ ਕੀਤਾ ਜਾਂਦਾ। ਯੂਜ਼ਰ ਕੈਨ ਅਸੈਸ ਅ ਵਰਾਇਟੀ ਆਫ ਇਨਫੋਰਮੇਟਿਵ ਮੋਡਿਊਲਸ, ਅਲੱਗ-ਅਲੱਗ ਤਰ੍ਹਾਂ ਦਾ ਉਹ ਜਿਹੜਾ ਇਨਫੋਰਮੇਸ਼ਨ ਲੈ ਸਕਦਾ, ਦੈਟ ਇਜ਼ ਇਨਕਲੂਡਿੰਗ ਕਿਹਦੇ ਕਿਹਦੇ ਦੀ ਇਨਫੋਰਮੇਸ਼ਨ ਲੈ ਸਕਦਾ, ਐਗਰੀਕਲਚਰ ਐਡਵਾਈਜ਼ਰੀ, ਐਗਰੀਕਲਚਰ ਐਡਵਾਈਜ਼ਰੀ ਦੇ ਨਾਲ ਗੱਲਬਾਤ ਕਰ ਸਕਦਾ ਵੀ ਕਿਹੜੀ ਕਰੋਪ ਹੈ, ਹੁਣ ਇਹਨੂੰ ਜਿਹੜਾ ਆਹ ਵਾਲਾ ਕੀੜਾ ਮਕੌੜਾ ਪੈ ਗਿਆ, ਇਹਦਾ ਰੋਕਥਾਮ ਕਿਵੇਂ ਕੀਤਾ ਜਾਵੇ, ਕਿੰਨਾ ਇਸ ਕਰੋਪ ਦੇ ਵਿੱਚ ਮੈਂ ਆਪਦਾ ਫਰਟੀਲਾਈਜ਼ਰ ਪਾਵਾਂ, ਕਦੋਂ ਪਾਣੀ ਲਾਵਾਂ, ਕਿੰਨਾ ਸੀਡ ਪਾਵਾਂ, ਕਿਹੜੀਆਂ ਹਾਈਬ੍ਰਿਡ ਵਰਾਇਟੀਆਂ ਆਈਆਂ, ਇਹ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਲੈ ਲੈਂਦਾ। ਵੈਦਰ ਬਾਰੇ ਇਨਫੋਰਮੇਸ਼ਨ ਇਹਦੇ 'ਚ ਵੀ ਮਿਲਦੀ ਹੈ। ਮਾਰਕੀਟ ਪ੍ਰਾਈਸਿਸ ਬਾਰੇ ਮਿਲ ਜਾਂਦੀ ਹੈ ਕਿ ਕਿੰਨਾ ਕਿਸੇ ਕਰੋਪ ਦਾ ਮੰਡੀ ਰੇਟ ਕਿੰਨਾ ਚੱਲ ਰਿਹਾ, ਹੁਣ ਇਸ ਟਾਈਮ ਉਹ ਕਿਸੇ ਟਾਊਨ ਦੇ ਵਿੱਚ ਜਾਂ ਨੀਅਰੈਸਟ ਸਿਟੀ ਦੇ ਵਿੱਚ ਕਿੰਨਾ ਰੇਟ ਹੈ ਕਿਸੇ ਕਰੋਪ ਦਾ, ਠੀਕ ਹੈ। ਐਗਰੀਕਲਚਰ ਇਨਫੋਰਮੇਸ਼ਨ ਲਾਇਬ੍ਰੇਰੀ ਹੈ, ਇਹ ਹਰ ਤਰ੍ਹਾਂ ਦੀ ਜਿਹੜੀ ਐਗਰੀਕਲਚਰ ਦੀ ਇਨਫੋਰਮੇਸ਼ਨ ਇਹਦੇ ਤੋਂ ਮਿਲੂਗੀ, ਜਿਵੇਂ ਬੁੱਕਸ ਦੀ ਲਾਇਬ੍ਰੇਰੀ ਹੁੰਦੀ ਹੈ ਉੱਦਾਂ ਹੀ, ਠੀਕ ਹੈ। ਐਗਰੀਕਲਚਰ ਇਨਫੋਰਮੇਸ਼ਨ ਲਾਇਬ੍ਰੇਰੀ ਇਨ ਦਾ ਫੋਰਮ ਆਫ ਟੈਕਸਟ, ਠੀਕ ਹੈ, ਲਿਖੀਆਂ ਹੋਈਆਂ ਚੀਜ਼ਾਂ, ਇਮੇਜਨਰੀ ਇਮੇਜਿਸ ਦੇ ਥਰੂ ਵੀ ਸ਼ੋਅ ਕੀਤਾ ਗਿਆ, ਆਡੀਓਜ਼ ਵੀ ਪਾਈਆਂ ਹੋਈਆਂ ਐਗਰੀਕਲਚਰ ਦੀ ਇਨਫੋਰਮੇਸ਼ਨ ਦੇ ਰਿਗਾਰਡਿੰਗ, ਵੀਡੀਓਜ਼ ਵੀ ਹੈ, ਠੀਕ ਹੈ। ਇਨ ਦਾ ਸਿਲੈਕਟਡ ਲੈਂਗੁਏਜ ਐਟ ਦਾ ਪ੍ਰੋਲੀਫਿੰਗ ਸਟੇਜ, ਠੀਕ ਹੈ, ਕਿਸੇ ਸਿਲੈਕਟਡ ਲੈਂਗੁਏਜਸ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀ ਇਮੇਜਿਸ, ਵੀਡੀਓਜ਼, ਆਡੀਓਜ਼, ਟੈਕਸਟ ਵਗੈਰਾ ਹੈ, ਸਭ ਕੁਝ ਮਿਲੇਗਾ ਇਸ ਐਪ 'ਚ, ਠੀਕ ਹੈ। ਦੈਟ ਇਜ਼ ਇਫਕੋ ਕਿਸਾਨ ਐਗਰੀਕਲਚਰ। ਨਾਓ ਮੂਵ ਟੂ ਨੈਕਸਟ ਐਪ ਦੀ ਗੱਲ ਕਰਦੇ ਹਾਂ, RML ਫਾਰਮਰ ਕ੍ਰਿਸ਼ੀ ਮਿੱਤਰਾ, ਠੀਕ ਹੈ। RML ਕਿਸਾਨ ਫਾਰਮਰ ਕ੍ਰਿਸ਼ੀ ਮਿੱਤਰਾ ਇੱਦਾਂ ਦੀ ਐਪ ਹੈ। ਇਟਸ ਅ ਯੂਜ਼ਫੁਲ ਫਾਰਮਿੰਗ ਐਪ, ਠੀਕ ਹੈ, ਇੱਦਾਂ ਦੀ ਫਾਰਮਰ ਦੇ ਹਿੱਤ ਦੇ ਵਿੱਚ ਉਹਦੀ ਯੂਜ਼ਫੁਲ ਫਾਰਮਿੰਗ ਐਪ ਹੈ, ਵੇਅਰ ਫਾਰਮਰਸ ਕੈਨ ਕੀਪ ਅਪ ਵਿਦ ਦਾ ਲੇਟੈਸਟ ਕਮੋਡਿਟੀ ਐਂਡ ਮੰਡੀ ਪ੍ਰਾਈਸਿਸ, ਠੀਕ ਹੈ। ਕਿਸੇ ਲੇਟੈਸਟ ਕਮੋਡਿਟੀ ਦਾ, ਕਿਸੇ ਮੰਡੀ ਪ੍ਰਾਈਸਿਸ ਦਾ ਕਿੰਨਾ ਹੈਗਾ ਉਹ ਪਤਾ ਲਗਾ ਸਕਦਾ। ਪ੍ਰਿਸਾਈਜ਼ ਯੂਜ਼ੇਜ ਆਫ ਪੈਸਟੀਸਾਈਡ ਇਨਸੈਕਟੀਸਾਈਡ, ਕਿ ਤੁਸੀਂ ਬਹੁਤ ਪ੍ਰਿਸਾਈਸਲੀ ਤਰੀਕੇ ਨਾਲ, ਜੂਡੀਅਸਲੀ ਤਰੀਕੇ ਨਾਲ ਯੂਜ਼ ਕਰਨਾ, ਪੈਸਟੀਸਾਈਡਸ ਦਾ ਯੂਜ਼ ਕਰਨਾ, ਚਾਹੇ ਇਨਸੈਕਟੀਸਾਈਡਸ ਹੈ ਵੀ ਤੁਸੀਂ ਕਿੰਨੀ ਮਾਤਰਾ ਦੇ ਵਿੱਚ ਪਾਉਣਾ ਹੈ, ਠੀਕ ਹੈ। ਕੋਈ ਇਨਸੈਕਟੀਸਾਈਡ ਪੈਸਟੀਸਾਈਡ ਜ਼ਿਆਦਾ ਨਹੀਂ ਪਾਉਣਾ, ਠੀਕ ਹੈ, ਕਿ ਹੁੰਦੇ ਤਾਂ ਕੈਮੀਕਲਸ ਹੀ ਆ, ਆਪਣੀ ਜਿਹੜੀ ਹੈ ਸੋਇਲ ਦੀ ਊਰਜਾ ਨੂੰ ਇਫੈਕਟ ਕਰਦੇ। ਜਿਹੜਾ ਹੈ
फर्टिलाइज़र कितना पाना है, किसी पर्टिकुलर क्रॉप ਲਈ ਕਿੰਨਾ ਫਰਟੀਲਾਈਜ਼ਰ ਪਾਣਾ ਚਾਹੀਦਾ, ਕਿੰਨੀ ਉਹਦੀ ਰਿਕੁਆਇਰਮੈਂਟ ਹੈ क्रॉप ਨੂੰ, ਉਹਦੇ ਅਕੋਰਡਿੰਗ। एंड फार्म रिलेटेड न्यूज़, कोई भी फार्म या फार्म रिलेटेड न्यूज़ की आ वाला कोई कीड़े मकोड़े का अटैक होने वाला, ठीक है, या फिर कोई भी है वैदर फोरकास्टिंग कि हुण मींह पैन वाला या कुछ भी है, वैदर फोरकास्टिंग एंड एडवाइजरी कोई फार्मर ने कोई एडवाइस लैनी है कि मैं आ कोई क्रॉप लाना है, मैं केड़ी जिहड़ी है कि केड़ी किस्म दी जिहड़ी मैं वरतां, केड़ी वैरायटी यूज़ करा, या कोई भी इंसैक्ट पेस्ट है उनकी रोकथाम वास्ते मैं की करा, जिहड़ी प्रॉपर इन्फॉर्मेशन एडवाइजरी तो लै सकदा, ठीक है। सो दैट्स इट, दैट इज़ RML फार्मर कृषि मित्रा। ये वाली जिहड़ियां फैसिलिटीज़ इहदे अंदर मिलदियां जिहड़ियां आपां हुणे डिस्कस कीतियां। आई होप गाइज यू वेरी वेल गोट इट। ਨੈਕਸਟ ਦੈਟ ਇਜ਼ ਪੂਸਾ ਕ੍ਰਿਸ਼ੀ। ਪੂਸਾ ਕ੍ਰਿਸ਼ੀ ਦੇ ਵਿੱਚ ਕੀ ਹੈ, ਪੂਸਾ ਕ੍ਰਿਸ਼ੀ ਇਟ ਇਜ਼, ਇਹ ਵੀ ਐਂਡਰੋਇਡ ਐਪ ਹੈ। ਇਟ ਇਜ਼ ਡਿਵੈਲਪਡ ਬਾਈ ਦ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ IARI, ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ਨੇ ਇਹ ਜਿਹੜੀ ਡਿਵੈਲਪ ਕੀਤੀ ਹੈ ਐਪ। ਇਟ ਪ੍ਰੋਵਾਈਡ ਫਾਰਮਰਸ ਵਿਦ ਇਨਫੋਰਮੇਸ਼ਨ ਰਿਲੇਟਡ ਟੂ ਨਿਊ ਵਰਾਇਟੀਜ਼ ਆਫ ਕ੍ਰੋਪ, ਕੋਈ ਕ੍ਰੋਪ ਹੈ ਉਹਦੀਆਂ ਨਵੀਆਂ ਵਰਾਇਟੀਆਂ ਕਿਹੜੀਆਂ ਕਿਹੜੀਆਂ ਆਈਆਂ, ਠੀਕ ਹੈ, ਉਹਦੇ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਕੋਈ ਆ ਕ੍ਰੋਪ ਹੈ ਉਹਦੀਆਂ ਜਿਹੜੀਆਂ ਆ ਵਾਲੀਆਂ ਨਵੀਆਂ ਵਰਾਇਟੀਆਂ ਕੱਢੀ ਗਈਆਂ ਕਿ ਇਹ ਕਿਸੇ ਕ੍ਰੋਪ ਸਪੈਸੀਫਿਕ ਇਨਸੈਕਟ ਪੈਸਟ ਤੋਂ ਰਹਿਤ ਹੈ, ਠੀਕ ਹੈ, ਉਹਨੂੰ ਰੈਜ਼ਿਸਟੈਂਸ ਉਹਦੇ ਵਿੱਚ ਡਿਵੈਲਪ ਕੀਤੀਆਂ ਜਿਹੜੀਆਂ ICR ਨੇ, ਕੋਈ ਨਵੀਆਂ ਕ੍ਰੋਪ ਵਰਾਇਟੀਜ਼ ਜਿਹੜੀਆਂ ICR ਨੇ ਡਿਵੈਲਪ ਕੀਤੀਆਂ। ICR ਦੀ ਫੁੱਲ ਫਾਰਮ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ, ਉਹਨਾਂ ਦੀ ਜਿਹੜੀਆਂ ਇਨਫੋਰਮੇਸ਼ਨ ਦਿੱਤੀਆਂ ਨੇ ਕਿ ਨਵੀਆਂ ਵਰਾਇਟੀਆਂ ਕਿਹੜੀਆਂ ICR ਨੇ ਕੱਢੀਆਂ, ਤੁਸੀਂ ਆਹ ਬੀਜੋ, ਇਹਦਾ ਝਾੜ ਵੱਧਦਾ, ਇਹਦੀ ਕੁਆਲਿਟੀ ਵਧੀਆ, ਠੀਕ ਹੈ। ਤਾਂ ਰਿਸੋਰਸ ਕੰਜ਼ਰਵੇਸ਼ਨ ਕਲਟੀਵੇਸ਼ਨ ਪ੍ਰੈਕਟਿਸਿਸ ਕਿ ਜਿਹੜੀਆਂ ਤੁਸੀਂ ਰਿਸੋਰਸਿਸ ਨੂੰ ਕੰਜ਼ਰਵ, ਤੁਸੀਂ ਫਰਟੀਲਾਈਜ਼ਰ ਜਿਹੜਾ ਹੈ ਕੰਜ਼ਰਵੇਸ਼ਨ ਵਾਸਤੇ ਕੀ ਕਰ ਸਕਦੇ ਹੋ, ਤੁਸੀਂ ਘੱਟ ਪਾਣੀ ਲਾਉਣਾ, ਜਿਹੜਾ ਵੀ ਉਹਦੀ ਇਨਫੋਰਮੇਸ਼ਨ ਹੁੰਦਾ ਕਿ ਇੰਨਾ ਤੁਹਾਡਾ ਇਨਸੈਕਟ ਪੈਸਟ ਨੂੰ ਅਟੈਕ ਕਰਨ ਵਾਸਤੇ ਇਹਨਾਂ ਵਾਲਾ ਇਨਸੈਕਟੀਸਾਈਡ ਪਾਓ, ਬਹੁਤਾ ਜ਼ਿਆਦਾ ਨਾ ਪਾਓ, ਠੀਕ ਹੈ, ਫਰਟੀਲਾਈਜ਼ਰ ਜਿੰਨਾ ਚਾਹੀਦਾ ਓਨਾ ਪਾਓ। ਉਹਦੇ ਰਿਲੇਟਿਡ ਇਨਫੋਰਮੇਸ਼ਨ ਐਜ਼ ਵੈਲ ਐਜ਼ ਫਾਰਮ ਮਸ਼ੀਨਰੀ ਦੇ ਰਿਗਾਰਡਿੰਗ ਇਨਫੋਰਮੇਸ਼ਨ ਵੀ ਕਿਹੜੀ ਮਸ਼ੀਨ ਤੁਸੀਂ ਵਰਤਣੀ ਹੈ ਔਰ ਕਿਹੜੀ ਜਿਹੜੀ ਹੈ ਕਿੰਨੇ HP ਦਾ ਟਰੈਕਟਰ ਲੈਣਾ ਹੈ, ਕਿਹੜਾ ਲੈਣਾ ਹੈ, ਜੋ ਵੀ ਹੈ ਸਾਰੀ ਇਨਫੋਰਮੇਸ਼ਨ ਇਹਦੇ ਮਸ਼ੀਨਰੀ ਦੇ ਰਿਗਾਰਡਿੰਗ ਵੀ ਮਿਲਦੀ ਹੈ। ਐਂਡ ਇਟਸ ਇੰਪਲੀਮੈਂਟੇਸ਼ਨ ਵਿਲ ਹੈਲਪ ਇਨ ਇਨਕਰੀਜ਼ਿੰਗ ਰਿਟਰਨ ਟੂ ਫਾਰਮਰ। ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਦੀ ਇੰਪਲੀਮੈਂਟੇਸ਼ਨ ਕਰੋਗੇ ਤਾਂ ਫਾਰਮਰ ਨੂੰ ਕੀ ਫਾਇਦਾ, ਠੀਕ ਹੈ, ਰਿਟਰਨ ਤੁਹਾਡਾ ਕੀ ਵਧੂਗਾ, ਆਊਟਪੁੱਟ ਕਿੰਨੀ ਵਧੂਗੀ, ਕਿਸ ਤਰ੍ਹਾਂ ਵਧੂਗੀ, ਜਿਹੜਾ ਕੀ ਫਾਇਦਾ ਸਾਰਾ ਜਿਹੜਾ ਹੈ ਫਾਰਮਰ ਨੂੰ ਸਮਝਾਇਆ ਜਾਂਦਾ ਇਸ ਐਪ ਦੇ ਦੌਰਾਨ, ਠੀਕ ਹੈ। ਓਕੇ, ਆਈ ਹੋਪ ਯੂ ਆਲ ਗਾਈਜ਼ ਵੈਰੀ ਵੈਲ ਗੋਟ ਇਟ। ਦੈਟਸ ਇਟ ਗਾਈਜ਼, ਆਪਾਂ ਨੈਕਸਟ ਜੋ ਹੈ ਫਰਦਰ ਆਪਣੇ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਦੇ ਹਾਂ। ਐਜ਼ ਯੂ ਨੋ, ਅਗਰ ਤੁਸੀਂ ਟੈਸਟ ਸੀਰੀਜ਼ ਜਾਂ ਕੋਈ ਔਨਲਾਈਨ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਦੈਟ ਇਜ਼ CBC ਐਗਜ਼ਾਮ ਗੁਰੂ ਐਪ 'ਤੇ ਜੋ ਹੈ ਵਿਜ਼ਿਟ ਕਰੋ ਔਰ ਪ੍ਰੋਪਰ ਇਨਫੋਰਮੇਸ਼ਨ ਅਵੇਲ ਕਰੋ। ਕੰਟੈਕਟ ਨੰਬਰ ਵੀ ਮੈਂਸ਼ਨ ਦਿੱਤਾ ਹੋਇਆ, ਓਕੇ, ਤੁਸੀਂ ਉਹਦੇ 'ਤੇ ਜਿਹੜਾ ਹੈ ਪ੍ਰੋਪਰ ਇਨਫੋਰਮੇਸ਼ਨ ਅਵੇਲ ਕਰ ਸਕਦੇ ਹੋ। ਸੋ ਦੈਟਸ ਇਟ ਗਾਈਜ਼, ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗਿਆ ਹੋਊਗਾ। ਤੁਸੀਂ ਲਾਈਕ ਸ਼ੇਅਰ ਕਰਨਾ। ਥੈਂਕ ਯੂ ਸੋ ਮਚ।